ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਹੀਂ ਬਣਨਗੇ। ਇਹ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਐਕਸ਼ਨ ਨਾਲ ਇਹ ਸਿੱਧ ਕਰ ਦਿੱਤਾ ਹੈ ਕਿ ਅਨੁਸ਼ਾਸਨੀ ਕਮੇਟੀ ਨੂੰ ਬੀਬੀ ਜਗੀਰ ਕੌਰ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਪਸੰਦ ਨਹੀਂ ਆਇਆ ਤੇ 48 ਘੰਟੇ ਦਿੱਤੇ ਆ ਜਵਾਬ ਮੰਗਿਆ ਗਿਆ। मैं KP सिंह टू द पॉइंट ਤੁਹਾਡਾ ਸਵਾਗਤ ਕਰਦਾ ਤੇ ਜਸ TV ਤੁਸੀਂ ਦੇਖ ਰਹੇ ਹੋ। ਸਵਾਲ ਇਹ ਹੈ ਕਿ ਜੇ ਚੋਣ ਲੜਨ ਦਾ ਐਲਾਨ ਕਰਨਾ ਕਿ ਉਹ ਪਾਰਟੀ ਵਿਰੋਧੀ ਗਤੀਵਿਧੀ ਹੁੰਦੀ ਹੈ, ਕਿ ਇਸ ਪਿੱਛੇ ਕਿਸੇ ਹੋਰ ਧਿਰ ਦਾ ਹੱਥ ਹੈ ਜੋ ਬੀਬੀ ਜਗੀਰ ਕੌਰ ਨੂੰ ਬਗਾਵਤ ਦੇ ਰਾਹ ਪਾ ਰਹੇ ਸੀ, ਕਿ ਇਸ ਪਿੱਛੇ SGPC ਦੀ ਜਿਹੜੀ ਧਿਰ ਹੈਗੀ ਹੈ ਬਾਦਲ ਧਿਰ, ਕਿ ਉਹਨਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਸੀਗੀ। ਇਹ ਸਾਰੇ ਸਵਾਲ ਹੋਣੇ ਲਾਜ਼ਮੀ ਹੈ ਕਿ ਬਗਾਵਤ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਰੁਕ ਜਾਵੇਗੀ, ਕਿ ਬੀਬੀ ਜਗੀਰ ਕੌਰ ਤੋਂ ਪੱਕੇ ਤੌਰ ਤੇ ਬਾਹਰ ਕਰਨ ਦਾ ਫੈਸਲਾ ਕੀਤਾ ਜਾ ਚੁੱਕਿਆ। 48 ਘੰਟੇ ਸਿਰਫ ਇੱਕ ਰਸਮੀ ਹੈ। ਬਹੁਤ ਸਾਰੇ ਸਵਾਲ ਹੈ ਤੇ ਸਵਾਲ ਇਹ ਹੋਵੇਗਾ ਬੀਬੀ ਸਸਪੈਂਡ ਕੀ ਹੋ ਗਿਆ ਦੀ ਐਂਡ। ਪਹਿਲਾ ਬਿਆਨ ਸੁਣ ਲਈਏ। ਬੀਬੀ ਜਗੀਰ ਕੌਰ ਜੀ ਜੋ ਪਾਰਟੀ ਦੇ ਸਾਰੇ ਕਾਇਦੇ ਕਾਨੂੰਨਾਂ ਨੂੰ ਜਾਣਦੇ ਨੇ, ਸਾਰਾ ਉਹਨਾਂ ਨੂੰ ਪਤਾ ਹੈ, ਬੜੇ ਸੁਲਝੇ ਹੋਏ ਇਨਸਾਨ ਸੀਗੇ। ਪਰ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਉਹ ਪਾਰਟੀ ਵਿਰੋਧੀ ਸਰਗਰਮੀਆਂ ਚੱਲ ਰਹੀਆਂ ਸਨ। ਪਾਰਟੀ ਨੇ ਕਾਫੀ ਜ਼ਿੰਮੇਵਾਰ ਸੱਜਣਾਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਚੁੱਪ ਕਰਕੇ ਜਾ ਕੇ ਨਾ ਆਪਾਂ ਕੋਸ਼ਿਸ਼ਾਂ ਕਰਨੀਆਂ ਸੀ ਕਰ ਲਈਆਂ। ਫਿਰ ਇਸ ਕਰਕੇ ਅੱਜ ਪਾਰਟੀ ਨੇ ਫੈਸਲਾ ਕੀਤਾ ਬੈਠ ਕੇ ਸਰਬਸੰਮਤੀ ਨਾਲ, ਸਾਡੀ ਸਾਰੀ ਜਿਹੜੀ ਅਨੁਸ਼ਾਸਨ ਕਮੇਟੀ ਅਸੀਂ 5 ਜਣੇ ਬੈਠੇ ਹਾਂ, ਕਿ ਬੀਬੀ ਜਗੀਰ ਕੌਰ ਜੀ ਨੂੰ ਤੁਰਤ ਪ੍ਰਭਾਵ ਦੇ ਨਾਲ ਪਾਰਟੀ ਦੇ ਵਿੱਚੋਂ ਮੁਅੱਤਲ ਕੀਤਾ ਜਾਂਦਾ ਤੇ ਉਹਨਾਂ ਨੂੰ 48 ਘੰਟਿਆਂ ਦਾ ਨੋਟਿਸ ਦਿੱਤਾ ਜਾਂਦਾ। 48 ਘੰਟਿਆਂ ਦੇ ਵਿੱਚ ਉਹ ਆਪਣੀਆਂ ਸਾਰੀਆਂ ਸਰਗਰਮੀਆਂ ਬੰਦ ਕਰੇ। ਉਹ ਪੰਜਾਬੀ ਦੀ ਕਹਾਵਤ ਆ ਨਾ, ਚੱਕੀ ਹੋਈ ਨੰਬਰਾਂ ਦੇ ਥਾਣੇਦਾਰ ਦੇ ਬਰਾਬਰ ਬੋਲੇ। ਮੈਨੂੰ ਗੱਲ ਦੱਸ ਦਿਓ ਤੁਸੀਂ ਇਹ ਤੁਹਾਨੂੰ ਪਤਾ ਇੱਕੋ ਮਿਨੋਰਟੀ ਕਮਿਸ਼ਨ ਹੈ, ਇੱਕੋ ਚੇਅਰਮੈਨ ਹੈ। ਮੈਂ ਸ਼ਾਇਦ ਨਾਂ ਲੈਣਾ ਨਾ ਪਸੰਦ ਕਰਦਾ ਹੋਵਾਂ, ਹੈ ਜੀ। 10 ਵਾਰੀ ਲੈ ਦਿੰਨਾ। ਸਰਦਾਰ ਇਕਬਾਲ ਸਿੰਘ ਲਾਲਪੁਰਾ, ਸਾਬਕਾ ਪੰਜਾਬ ਪੁਲਿਸ ਅਫਸਰ। ਹੋਰ ਦੱਸੋ। ਵੱਡਾ ਸਵਾਲ ਤੁਹਾਡੇ ਸਾਹਮਣੇ। ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਕਿ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਬਗਾਵਤ ਪਿੱਛੇ ਅਸਲ 'ਚ ਕਿਹੜੀ ਤਾਕਤ ਹੈ। ਇਸ ਸਵਾਲ ਤੇ ਬਹਿਸ ਹੋਗੀ। ਜਿਹੜਾ ਪੈਨਲ ਸਾਡੇ ਨਾਲ ਉਹਨਾਂ ਤੁਹਾਡਾ ਤਾਰੀਫ ਕਰਾਉਣੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਡਾਕਟਰ ਮੁਹੰਮਦ ਖਾਲਿਦ ਪੋਲੀਟੀਕਲ ਐਨਲਿਸਟ ਨੇ। ਡਾਕਟਰ ਮੁਹੰਮਦ ਖਾਲਿਦ ਨੂੰ ਇਸ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਉੱਤੇ ਜਿਹੜਾ ਐਕਸ਼ਨ ਲਿਆ ਜਾਂਦਾ ਉਸ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ। ਇਹ ਐਕਸ਼ਨ ਹੁੰਦਾ ਕੀ ਹੈ, ਇਹ ਐਕਸ਼ਨ ਸਿਰਫ ਰਸਮੀ ਹੁੰਦਾ ਹੈ ਜਾਂ ਇਸ ਐਕਸ਼ਨ ਦਾ ਕੋਈ ਕਨੈਕਸ਼ਨ ਵੀ ਹੈਗਾ, ਉਹ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬੀਬੀ ਜਗੀਰ ਕੌਰ ਨੂੰ ਭੜਕਾਉਣ ਪਿੱਛੇ ਕੋਈ ਹੋਰ ਤਾਕਤ ਤਾਂ ਨਹੀਂ। ਮੁਹੰਮਦ ਖਾਲਿਦ ਸਾਨੂੰ ਦੱਸਣਗੇ, ਪੋਲੀਟੀਕਲ ਐਨਲਿਸਟ ਨੇ। ਡਾਕਟਰ ਖਾਲਿਦ, ਬਹੁਤ ਸਵਾਗਤ ਹੈ ਸਰ ਤੁਹਾਡਾ। ਮਿਹਰਬਾਨੀ ਜੀ, ਸ਼ੁਕਰੀਆ। डॉक्टर जसविंदर कौर सोल, श्रोमणी अकाली दल स्पोक्सपर्सन है, ये डिबेट औखी हो सकती है। मैडम सोल, थोड़ा बहुत स्वागत है। कुशलपाल सिंह मान, श्रोमणी अकाली दल अमृतसर के स्पोक्सपर्सन है। मान साहब, थोड़ा बहुत स्वागत है। संजय कपूर, भारतीय जनता पार्टी स्पोक्सपर्सन है। संजय कपूर, थोड़ा बहुत स्वागत है। डॉक्टर सोल, सब तो पहले तो मैंने ये समझाओ, तुसी जे चोन लड़न का ऐलान करना वो पार्टी विरोधी गतिविधि किवें होगी? केपी जी, गल है कि जिहड़ा आज का ये फैसला है, चाहे बीबी जी का खुद का इंडिपेंडेंट चोन लड़ना सी या अज पार्टी वालों उन्होंने सस्पेंड करने की गल की जानी, मेरे लिए जो पर्सनली तौर पर बहुत ही मंदभागी गल है। गल इत्थे यह नहीं है कि आपां दावेदारी नहीं रख सकते, लेकिन जिथे पार्टी ने बहुत ज़्यादा तुहानूं मान सत्कार बख्शिया होवे, 4-4 वारी असीं प्रधानगी भी भोगी होवे, उस तो इलावा बड़ी वारी वो मंत्री भी रहे ने, तो पार्टी के प्रति उन्होंने अपनी जिम्मेवारियां भी काफ़ी हद तक बहुत अच्छियां निभाइयां ने। पर अज पार्टी के खिलाफ जो बगावत करना, मैनू लगता चाहे पार्टी का कोई वर्कर होवे, चाहे कोई अहुदेदार होवे, तो किते ना किते वो चीज़ पार्टी के हित च नहीं हुंदी, डिसिपलिन च नहीं हुंदी। जो अज एक अनुशासन कमेटी वालों प्रेस कॉन्फ्रेंस करके जो उन्होंने दस्सिया कि बीबी जी वालों लगातार जिहड़े मैंबर साहबान सी उन्होंने प्रैशराइज किया जा रहा सी कि बीबी जी नूं वोट करन जां बीबी जी दे नाल खड़न। ते सो मैनू लगता है कि इत्थे बीबी जी ने मेरे लिए खैर बहुत सत्कारयोग ने, पर बीबी जी का यह फैसला मैनू नहीं समझ आया। मैनू लगा है कि उन्होंने यह भड़काया गया है या उन्होंने पिछे कुछ ऐसी विरोधियां ताकत सी जिन्होंने लगता सी अकाली दल नूं कमजोर करने की कोशिश की गई है। अकाली दल बीबी जगीर कौर नूं सस्पेंड करके ताकतवर बनया रहूगा मैडम सोल? नहीं जी, अकाली दल दे विच डिसिपलिन पार्टी है, अनुशासन वाली पार्टी है। चाहे पार्टी दे विच कोई भी नुमाइंदा होवे, कोई भी उहदे वर्कर होण, जिथे पार्टी दा अनुशासन भंग हुंदा नजर आएगा, अकाली दल ने कदी आपदा हित नहीं देखिया। पार्टी ने उस फैसले नूं
ਪਾਰਟੀ ਦੇ ਹੱਕ ਵਿੱਚ ਲਿਆ ਹੈ ਜੀ। ਤੁਹਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਮਹੇਸ਼ਿੰਦਰ ਗਰੇਵਾਲ ਹਰਾਂ ਨੇ ਸਿੱਧਾ ਲਾਲਪੁਰਾ ਹਰਾਂ ਦਾ ਨਾਮ ਲਿਆ। ਦੇਖੋ ਵੈਸੇ ਤਾਂ ਮੈਂ ਡਾਇਰੈਕਟਲੀ ਕੀ ਕਹਾਂ ਤੁਹਾਨੂੰ, ਤੁਸੀਂ ਵੀ ਬਹੁਤ ਸਮਝਦਾਰ ਹੋ, ਸਿਆਸਤ ਸਾਰੇ ਸਮਝ ਰਹੇ ਨੇ, ਬਾਕੀ ਇੱਥੇ ਬੈਠੇ ਹੋਰ ਵੀ ਪੈਨਲਿਸਟ ਨੇ। ਇਹ ਤਾਂ ਨੋ ਡਾਊਟ ਹੈ ਕਿ ਬੀਬੀ ਜੀ ਦੇ ਪਿੱਛੇ ਜਿਹੜੀਆਂ ਤਾਕਤਾਂ ਨੇ ਕੰਮ ਕੀਤਾ ਹੈ, ਕਿਉਂਕਿ ਮੈਂ ਬੀਬੀ ਜੀ ਦੇ ਨਾਲ ਬਹੁਤ ਲੰਬੇ ਸਮੇਂ ਕੰਮ ਕੀਤਾ ਹੈ, ਕਿਉਂਕਿ ਸਾਡੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਬੀਬੀ ਜੀ, ਔਰ ਉਹਨਾਂ ਦੀ ਅਗਵਾਈ ਹੇਠ ਅਸੀਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਵੀ ਮਿਲਿਆ। ਪਰ ਲੇਕਿਨ ਅੱਜ ਜੋ ਪ੍ਰੈਜ਼ੈਂਟਲੀ ਬੀਬੀ ਜੀ ਦਾ ਜੋ ਇਹ ਫੈਸਲਾ ਸੀ, ਉਹ ਪਿੱਛੇ ਇਹਨਾਂ ਧਿਰਾਂ ਦੇ ਹੀ ਕੰਮ ਨੇ। ਮੈਂ ਤਾਂ ਡਾਇਰੈਕਟ ਵੇ 'ਚ ਇਹੀ ਕਹਾਂਗੀ ਕਿ ਇਹ ਬੀਜੇਪੀ ਦੀ ਹੀ ਰਚੀ ਹੋਈ ਇੱਕ ਰਚਨਾ ਸੀ। ਇੱਕ ਮਿਸਟਰ ਮਲੂਕਾ ਕਹਿ ਰਹੇ ਸੁਲਝੇ ਹੋਏ ਇਨਸਾਨ ਸਨ, ਜੇ ਅਕਾਲੀ ਦਲ ਵਿਰੁੱਧ ਬਗਾਵਤ ਕਰਤੀ ਤਾਂ ਫਿਰ ਸੁਲਝੇ ਹੋਏ ਇਨਸਾਨ ਨਹੀਂ ਰਹੇ। ਦੇਖੋ ਜੀ, ਗੱਲ ਇਹ ਨਹੀਂ ਹੈ ਕਿ ਅਕਾਲੀ ਦਲ ਦੀ ਬਗਾਵਤ ਕੀਤੀ, ਤਾਂ ਗੱਲ ਇਹ ਕਿ ਅਗਰ ਅੱਜ ਮੈਂ ਪਾਰਟੀ 'ਚ ਹਾਂ, ਪਾਰਟੀ ਮੈਨੂੰ ਮਾਨ ਸਤਿਕਾਰ ਬਖਸ਼ਦੀ ਹੈ, ਮੈਂ 4 ਵਾਰੀ ਪ੍ਰਧਾਨਗੀ ਹੰਡਾਨੀ ਆ ਜਾਂ ਮੈਂ ਮੰਤਰੀ ਬਣਦੀ ਆ ਬਾਰ-ਬਾਰ, ਤੇ ਮੈਨੂੰ ਜੇ ਪਾਰਟੀ ਨੇ ਕੋਈ ਫੈਸਲਾ ਮੇਰੇ ਪਾਰਟੀ ਪ੍ਰਧਾਨ ਦਿੰਦੇ ਨੇ ਕਿ ਜੇ ਅਗਰ ਨਹੀਂ ਉਹ ਸਹਿਮਤ ਹੁੰਦੇ ਤਾਂ ਮੈਨੂੰ ਉਸ ਚੀਜ਼ ਨੂੰ ਸਵੀਕਾਰਨਾ ਚਾਹੀਦਾ ਹੈ। ਤੇ ਗੱਲ ਇੱਥੇ ਬਗਾਵਤ ਦੀ ਹੈ, ਇਹ ਨਹੀਂ ਕਿ ਸੁਲਝੇ ਹੋਏ ਨਹੀਂ। ਬੀਬੀ ਜੀ ਬਹੁਤ ਸੁਲਝੇ ਹੋਏ ਇਨਸਾਨ ਨੇ ਔਰ ਬਹੁਤ ਹੀ ਉਹਨਾਂ ਨੇ ਵਧੀਆ ਕੰਮ ਕੀਤਾ ਹੈ। ਚਾਹੇ ਪਾਰਟੀ ਦੇ ਲਈ ਗੱਲ ਕਰ ਲਈਏ, ਪੰਥ ਦੀ ਗੱਲ ਕਰੀਏ, ਬਹੁਤ ਅੱਛੇ ਤਰੀਕੇ ਨਾਲ ਆਪਣੀਆਂ ਡਿਊਟੀਆਂ ਨਿਭਾਉਂਦੇ ਆਏ ਨੇ। ਚਲੋ ਡਾਕਟਰ ਮੁਹੰਮਦ ਖਾਲਿਦ, ਅਕਾਲੀ ਦਲ ਜਿਨ੍ਹਾਂ ਦੇ ਨਾਲ ਇੰਨੇ ਸਾਲ ਤੁਰਿਆ ਰਿਹਾ, ਉਹਨਾਂ ਨੇ ਅਖੀਰ ਵਿੱਚ ਆ ਕੇ ਦੱਸ ਦਿੱਤਾ ਕਿ ਹੁਣ ਤੁਸੀਂ ਕਮਜ਼ੋਰ ਹੋ ਤੇ ਤੁਹਾਨੂੰ ਜਿਹੜੀ ਤੁਹਾਡੀ ਤਾਕਤ ਹੈਗੀ ਹੈ ਉਸ ਤਾਕਤ ਨੂੰ ਹੁਣ ਆਖਰੀ ਹਿੱਸੇ ਵਿੱਚ ਨਿਬੇੜਨਾ ਉਹਨਾਂ ਦਾ ਕੰਮ ਬਣ ਗਿਆ। ਡਾਕਟਰ ਮੁਹੰਮਦ ਖਾਲਿਦ, ਦਿੱਲੀ ਦੇ ਵਿੱਚ DSGMC ਖੋਈ, ਹਰਿਆਣਾ ਦੇ ਵਿੱਚ ਉਹ ਹਰਿਆਣਾ ਕਮੇਟੀ ਖੋਈ, ਹੁਣ ਅਗਲੀ ਵਾਰੀ ਸ਼੍ਰੋਮਣੀ ਕਮੇਟੀ ਦੀ ਸੀ। ਕੀ ਇਹ ਕੋਸ਼ਿਸ਼ ਨਾਕਾਮ ਹੋਗੀ ਖਾਲਿਦ ਸਾਹਿਬ, ਦੁਬਾਰਾ ਟਰਾਈ ਹੋਊਗੀ? ਦੇਖੋ ਇਦਾਂ ਹੈ KP ਜੀ, ਇਹ ਅਕਾਲੀ ਦਲ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ ਉਹਦੇ ਨਾਲ ਵੀ ਉਸ ਨਹੀਂ ਹੋ ਰਿਹਾ ਜੋ ਕਾਂਗਰਸ ਨਾਲ ਹੋ ਰਿਹਾ। ਜਦ ਲੀਡਰਾਂ ਨੇ ਸੋਚਿਆ ਕਿ ਹੁਣ ਕਾਂਗਰਸ ਵੀਕ ਹੋ ਗਈ ਹੈ ਤਾਂ ਉਹਨੂੰ ਜਾਂ ਤਾਂ ਛੱਡ ਕੇ ਭੱਜੋ ਜਾਂ ਉਹਦੇ ਖਿਲਾਫ ਬਗਾਵਤ ਕਰ ਦਿਓ। ਕਿਉਂਕਿ ਅਕਾਲੀ ਦਲ 2 ਇਲੈਕਸ਼ਨਾਂ ਹਾਰਿਆ ਔਰ ਇਸ ਵੇਲੇ ਉਹਨਾਂ ਦੀ ਬਹੁਤ ਅੰਸ਼ਕ ਰੂਪ ਦੇ ਵਿੱਚ ਹੀ ਅਸੈਂਬਲੀ ਦੇ ਵਿੱਚ ਹੈਗੀ ਹੈ। ਉਹਨਾਂ ਕੋਲ ਇੱਕੋ ਇੱਕ ਇੰਸਟੀਟਿਊਸ਼ਨ ਹੈ SGPC, ਕਿ SGPC ਦੇ ਉੱਪਰ ਹੁਣ ਹਮਲਾ ਬਾਕੀ ਸੀਗਾ ਉਹ ਵੀ ਕਰ ਦਿਓ। ਇਹ ਬਿਲਕੁਲ ਸਹੀ ਗੱਲ ਹੈ ਕਿ ਅਗਰ ਮੈਨੂੰ ਪਾਰਟੀ ਇੰਨਾ ਕੁਝ ਦਿੰਦੀ ਹੈ, ਉਸ ਤੋਂ ਬਾਅਦ ਇੱਕ ਵਾਰ ਇਹ ਕਹਿੰਦੀ ਹੈ ਕਿ ਨਹੀਂ ਵੀ ਮੈਂ ਨਹੀਂ ਇਲੈਕਸ਼ਨ ਲੜਨਾ, ਕੋਈ ਹੋਰ ਲੜੇਗਾ, ਉਹ ਪਾਰਟੀ ਜਿਹਦੇ ਅਸੀਂ ਵਫਾਦਾਰ ਸਿਪਾਹੀ, ਡਿਸਿਪਲਿਨ ਸਾਰਾ ਕੁਝ ਹੈ, ਤਾਂ ਨੈਚੁਰਲੀ ਪਾਰਟੀ ਕਾਰਵਾਈ ਕਰੇਗੀ। ਪਾਰਟੀ ਕਾਰਵਾਈ ਜੋ ਵੀ ਕਰੇਗੀ ਬਣਦੀ ਉਹ ਕਰੇਗੀ, ਕਿਉਂਕਿ ਹਰ ਪਾਰਟੀ ਦੇ ਵਿੱਚ ਇੱਕ ਡਿਸਿਪਲਿਨਰੀ ਕਮੇਟੀ ਹੈ। ਪਾਰਟੀ ਉੱਥੇ ਆਂਕਲਨ ਕਰਦੀ ਹੈ ਕਿ ਕੀ ਅਨੁਤਾਈਆਂ ਹੋਈਆਂ ਜਿਹਦੀ ਵਜ੍ਹਾ ਕਰਕੇ ਸਾਨੂੰ ਐਕਸ਼ਨ ਲੈਤਾ ਜਾ ਰਿਹਾ ਹੈ ਜਾਂ ਨੋਟਿਸ ਦਿੱਤਾ ਜਾਂਦਾ। ਦੇਖੋ ਫੈਸਲਾ ਤਾਂ ਆਲਰੇਡੀ ਜਿਸ ਤਰੀਕੇ ਦੇ ਨਾਲ ਨੋਟਿਸ ਹੋਇਆ ਹੈ ਔਰ ਬੀਬੀ ਜਗੀਰ ਕੌਰ ਨੇ ਕਲੀਅਰਲੀ ਕਹਿਤਾ ਕਿ ਨਹੀਂ ਮੈਂ ਤਾਂ ਇਲੈਕਸ਼ਨ ਲੜਨਾ ਹੈ, ਤਾਂ ਉਸ ਸਿਚੁਏਸ਼ਨ ਦੇ ਵਿੱਚ ਜਿਵੇਂ ਹੁਣ 2 ਬੰਦਿਆਂ ਦਾ ਵਕਤ ਵੀ ਡਾਕਟਰ ਚੀਮਾ ਗਏ ਉਹਨਾਂ ਕੋਲ, ਉਹ ਆਪਣੀ ਗੱਲ ਤੇ ਅੜੇ ਹੋਇਆ। ਇਹਦਾ ਮਤਲਬ ਹੈ ਕਿ ਪਿੱਛੇ ਉਹਨਾਂ ਦੇ ਕੋਈ ਇਸ ਤਰ੍ਹਾਂ ਦੀਆਂ ਤਾਕਤਾਂ ਬਾਹਰਲੀਆਂ ਜਿਹੜੀਆਂ ਕਿ ਅਕਾਲੀ ਦਲ ਦੇ ਵੀ ਹੱਕ ਦੇ ਵਿੱਚ ਨਹੀਂ ਹਨ ਜਾਂ ਉਹਨੂੰ ਹੋਰ ਜ਼ਿਆਦਾ ਕਮਜ਼ੋਰ ਕਰਨਾ ਚਾਹੁੰਦੀਆਂ, ਉਹ ਸਾਰੀਆਂ ਲੱਗੀਆਂ ਹੋਈਆਂ। ਔਰ ਉਹ ਇਸ ਕਰਕੇ ਹੈ ਕਿਉਂਕਿ ਅਕਾਲੀ ਦਲ ਦੀ ਸੈਂਟਰਲ ਲੀਡਰਸ਼ਿਪ ਇਸ ਵੇਲੇ ਕਮਜ਼ੋਰੀ ਔਰ ਡਿਲੀਵਰ ਨਹੀਂ ਪਾ ਰਹੀ। ਡਾਕਟਰ ਖਾਲਿਦ, ਕਿਤੇ ਇਦਾਂ ਤਾਂ ਨਹੀਂ ਹੋ ਸਕਦਾਗਾ ਕਿ ਜਿਹੜਾ ਅਕਾਲੀ ਦਲ ਆਪਦੇ ਪ੍ਰਧਾਨਗੀ ਲਈ ਉਮੀਦਵਾਰ ਨੂੰ ਖੜਾ ਕਰੇ ਤੇ ਉਧਰੋਂ ਜਗੀਰ ਕੌਰ ਆਪਦੇ ਐਲਾਨ ਤੋਂ ਟਸ ਤੋਂ ਮਸ ਨਾ ਹੋਣ, ਜੇ ਜਗੀਰ ਕੌਰ ਦੇ ਹੱਕ ਵਿੱਚ ਜ਼ਿਆਦਾ ਬੰਦੇ ਭੁਗਤ ਕੇ ਬਾਅਦ ਚ ਅਕਾਲੀ ਦਲ ਕਹੂਗਾ ਜਗੀਰ ਕੌਰ ਵੀ ਸਾਡੀ ਹੈ, ਇਦਾਂ ਹੋ ਸਕਦਾ ਕਿ ਸਰ ਨਹੀਂ ਮੈਂ ਗਲਤ ਸਵਾਲ ਕਰ ਰਿਹਾ? ਦੇਖੋ ਪੋਲਿਟਿਕਸ ਦੇ ਵਿੱਚ ਕੁਝ ਵੀ ਹੋ ਸਕਦਾ। ਹਾਂ, ਪੋਲਿਟਿਕਸ ਦੇ ਵਿੱਚ ਕੁਝ ਵੀ ਪੋਸੀਬਲ ਹੈ। ਅਗਰ ਇਹ ਸਿਚੁਏਸ਼ਨ ਆਉਂਦੀ ਹੈ ਕਿ ਜਗੀਰ ਕੌਰ ਇਲੈਕਸ਼ਨ ਇੰਡੀਪੈਂਡੈਂਟ ਆਫ ਦਾ ਪਾਰਟੀ ਲੜਦੀ ਹੈ, ਪਾਰਟੀ ਦੇ ਅਗੇਂਸਟ ਹੋ ਕੇ ਲੜਦੀ ਹੈ ਔਰ ਜਿੱਤ ਜਾਂਦੀ ਹੈ, ਤਾਂ ਉਹ ਬਹੁਤ ਵੱਡਾ ਬਲੋ ਹੋਏਗਾ ਅਕਾਲੀ ਦਲ ਦੇ ਉੱਪਰ ਔਰ ਜਿਹੜੀ ਸੁਖਬੀਰ ਬਾਦਲ ਦੀ ਲੀਡਰਸ਼ਿਪ ਹੈ ਅਕਾਲੀ ਦਲ ਦੀ, ਉਹਦੇ ਉੱਪਰ ਬਹੁਤ ਵੱਡਾ ਹਮਲਾ ਹੋਏਗਾ। ਉਹਦੇ ਨਾਲ ਅਕਾਲੀ ਦਲ ਹੋਰ ਜ਼ਿਆਦਾ ਕਮਜ਼ੋਰ ਹੋਏਗਾ। ਉਹਦੇ ਵਿੱਚ ਫਿਰ ਉਹਨਾਂ ਨੂੰ SGPC ਤੋਂ ਵੀ ਹੱਥ ਧੋਣੇ ਪੈਣਗੇ ਔਰ ਇਹ ਕੁਆਇਟ ਪੋਸੀਬਲ ਜਿਸ ਤਰ੍ਹਾਂ ਦੀਆਂ ਤਾਕਤਾਂ ਅਗਰ ਇੱਕ ਬੰਦੇ ਨੂੰ ਤੁਸੀਂ ਖੜਾ ਕਰ ਸਕਦੇ ਹੋ ਔਰ ਉਹਨੂੰ ਕਹਿ ਦੇ ਵੀ ਤੂੰ ਡਟਿਆ ਰਹਿ ਕੋਈ ਗੱਲ ਨਹੀਂ, ਤਾਂ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ। ਚਲੋ, ਔਰ ਇਹਦੀ ਪੋਸਿਬਿਲਿਟੀ ਹੋ ਸਕਦੀ ਹੈ। ਚਲੋ मैं एक और छोटा ब्रेक लूँगा, ब्रेक तो वापस आवा कि बीबी सस्पेंड की हो गया, दी एंड सवाल यही है, दी एंड हजे कुछ नहीं हुआ, फिल्म पूरी बाकी है। वापस आ रहे एक और फिर थोड़ा स्वागत करते हैं। तो बड़ा सवाल तुहाडे सामने पिया, साबका प्रधान बीबी जगीर कौर की बगावत पिछे असल च किहड़ी ताकत है?
ਪੋਲੀਟੀਕਲ ਪਿਕਚਰ ਹੈ ਉਹ ਜਲਦੀ ਖਤਮ ਨਹੀਂ ਹੁੰਦੀਗੀ, ਪਹਿਲਾਂ ਟ੍ਰੇਲਰ ਦਿਖਾਇਆ ਜਾਂਦਾ। ਸੰਜੇ ਕਪੂਰ ਜੀ, ਇਹ ਐਸਜੀਪੀਸੀ ਚੋਣਾਂ ਲਈ ਟ੍ਰੇਲਰ ਸੀਗਾ ਭਾਰਤੀ ਜਨਤਾ ਪਾਰਟੀ ਦਾ? केपी जी पहली तो गल मैं कहना चाहना हैगा वा कि जितों तक ते एसजीपीसी ਦੇ ਚੁਣਾਵ ਦੀ ਗੱਲ ਹੈ, ਹਰ ਬੰਦੇ ਨੂੰ ਹੱਕ ਹੈਗਾ ਕਿ ਅਗਰ ਉਹਦਾ ਮਨ 'ਚ ਇੱਛਾ ਹੈਗੀ ਹੈ ਕਿ ਉਹ ਚੁਣਾਵ ਲੜਨਾ ਚਾਹੁੰਦਾ ਹੈਗਾ ਵਾ ਐਸਜੀਪੀਸੀ ਦਾ, ਤੇ ਉਹਨੂੰ ਲੜਨਾ ਚਾਹੀਦਾ ਹੈ। ਪਰ ਫਿਰ ਵੀ ਜਿਸ ਤਰੀਕੇ ਅਕਾਲੀ ਦਲ ਦੇ ਪ੍ਰਵਕਤਾ ਨੇ ਵੀ ਕਿਹਾ ਕਿ ਬਈ ਜਿਸ ਤਰ੍ਹਾਂ ਬੀਬੀ ਜਗੀਰ ਕੌਰ ਨੂੰ ਕਈ ਵਾਰੀ ਕਈ ਇੰਪੋਰਟੈਂਟ ਪੋਜੀਸ਼ਨਸ ਤੇ ਅਕਾਲੀ ਦਲ ਨੇ ਰੱਖਿਆ, ਔਰ ਫਿਰ ਵੀ ਉਹਨਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਦੀ ਗੱਲ ਨਹੀਂ ਮੰਨੀ ਤੇ ਇਸ ਕਰਕੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਇਹ ਹੁਣ ਅਕਾਲੀ ਦਲ ਦਾ ਇੰਟਰਨਲ ਮੈਟਰ ਹੈ ਕਿ ਕਿਸ ਤਰੀਕੇ ਉਹ ਸਾਰੇ ਮੈਟਰ। ਸੰਜੇ ਕਪੂਰ ਜੀ ਤੁਸੀਂ ਇੰਟਰਨਲ ਮੈਟਰ ਕਹਿ ਕੇ ਆਦੇ ਨੂੰ ਪਾਸੇ ਕਰ ਸਕਦੇ ਹੋ, ਪਰ ਉਹਨਾਂ ਨੇ ਸਿੱਧਾ ਇਕਬਾਲ ਸਿੰਘ ਲਾਲਪੁਰਾ ਹੋਰਾਂ ਦਾ ਨਾਮ ਲੈਤਾ ਸਰ। ਸੰਜੇ ਕਪੂਰ ਜੀ ਦੇਖੋ ਹੁਣ ਕਿਸ ਆਧਾਰ ਤੇ ਉਹਨਾਂ ਨੇ ਇਕਬਾਲ ਸਿੰਘ ਲਾਲਪੁਰਾ ਉਹਨਾਂ ਦਾ ਨਾਮ ਲਿੱਤਾ ਹੈ ਮੇਰੀ ਜਾਣਕਾਰੀ ਦੇ ਵਿੱਚ ਨਹੀਂ ਹੈਗਾ। ਇਹ ਤੇ ਉਹੀ ਆਉਣ ਵਾਲੇ ਟਾਈਮ 'ਚ ਪ੍ਰੂਵ ਕਰਨਗੇ ਕਿ ਲਾਲਪੁਰਾ ਉਹਨਾਂ ਦਾ ਸਾਰੇ ਮੈਟਰ ਦੇ ਵਿੱਚ ਕੀ ਰੋਲ ਹੈ। ਐਸੇ ਭਾਰਤੀ ਜਨਤਾ ਪਾਰਟੀ ਦੇ ਪ੍ਰਵਕਤਾ ਹੋਣ ਦੇ ਨਾਤੇ ਮੈਂ ਕਲੀਅਰਲੀ ਡਿਨਾਈ ਕਰਦਾ ਪਿਆ ਇਸ ਗੱਲ ਨੂੰ ਕਿ ਸਾਡਾ ਐਸਜੀਪੀਸੀ ਦੇ ਇਲੈਕਸ਼ਨ ਦੇ ਵਿੱਚ ਕੋਈ ਰੋਲ ਨਹੀਂ ਹੈ ਔਰ ਨਾ ਹੀ ਕੋਈ ਆਪਾਂ ਐਕਟਿਵਲੀ ਪਲੇ ਕਰਨਾ ਚਾਹੁੰਦੇ ਹਾਂ। ਔਰ ਦੂਸਰਾ ਪੁਆਇੰਟ ਮੈਂ ਕਹਿਣਾ ਚਾਹੁੰਦਾ ਕਿ ਇੱਕ ਸਾਰੀ ਪਾਰਟੀਆਂ ਦਾ ਨਾ ਇੱਕ ਬੜਾ ਵਤੀਰਾ ਹੋ ਗਿਆ, ਕੋਈ ਵੀ ਗੱਲ ਹੁੰਦੀ ਹੈ ਨਾ ਉਹ ਸਿੱਧਾ ਭਾਰਤੀ ਜਨਤਾ ਪਾਰਟੀ ਤੇ ਨਹੀਂ। ਸੰਜੇ ਕਪੂਰ ਜੀ ਤੁਹਾਡੇ ਤੇ ਕਿਉਂ ਐਲੀਗੇਸ਼ਨ ਹੁੰਦੇ ਸਾਰੇ? ਦਿੱਲੀ ਕਮੇਟੀ ਵਾਲੇ ਐਲੀਗੇਸ਼ਨ ਤੁਹਾਡੇ ਤੇ, ਹਰਿਆਣਾ ਕਮੇਟੀ ਵਾਲੇ ਐਲੀਗੇਸ਼ਨ ਤੁਹਾਡੇ ਤੇ, ਕੇਂਦਰ ਦੀ ਸੱਤਾ ਦੇ ਵਿੱਚ ਹੈਗੇ ਆ। ਅੱਜ ਡੇ ਬਾਈ ਡੇ ਹੁੰਦਾ ਕੀ ਪਿਆ ਕਿ ਜੇ ਆਮ ਆਦਮੀ ਪਾਰਟੀ ਦਾ ਗ੍ਰਾਫ ਪੰਜਾਬ 'ਚ ਗਿਰਦਾ ਪਿਆ ਹੈ ਨਾ, ਤੇ ਅਕਾਲੀ ਦਲ ਦਾ ਗ੍ਰਾਫ ਨਹੀਂ ਗਿਰਦਾ, ਉਹ ਉੱਚਾ ਹੁੰਦਾ ਪਿਆ। ਰੈਦਰ ਕਿ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਡੇ ਬਾਈ ਡੇ ਉੱਚਾ ਹੁੰਦਾ ਪਿਆ, ਕਿਉਂਕਿ ਅੱਜ ਲੋਕੀ ਪਤਾ ਕੀ ਚਾਹੁੰਦੇ ਆ ਕਿ ਜਿਹੜੀ ਫੈਮਿਲੀ ਪੋਲਿਟਿਕਸ ਹੈ ਨਾ ਇਹਦੇ ਤੋਂ ਬਾਹਰ ਆਇਆ ਜਾਵੇ। ਅਕਾਲੀ ਦਲ ਵਿੱਚ ਜੇ ਤੁਸੀਂ ਧਿਆਨ ਨਾਲ ਦੇਖੋਗੇ ਕਿ ਪਰਿਵਾਰ ਦੇ ਸਾਰੇ ਲੋਕ ਹੀ ਮਿਨਿਸਟਰ ਬਣੇ ਹੋਏ ਹੈ ਔਰ ਸੈਂਟਰ 'ਚ ਵੀ ਜੇ ਕੋਈ ਲੀਡਰ ਬਣਿਆ ਤੇ ਉਹਨਾਂ ਦੇ ਪਰਿਵਾਰ 'ਚੋਂ ਹੀ ਹੈਗਾ ਵਾ। ਚਲੋ ਸੰਜੇ ਕਪੂਰ ਜੀ ਸਿੱਧਾ ਜਵਾਬ ਦੇ ਦਿਓ ਨਾ। ਬੀਜੇਪੀ ਬੀਬੀ ਜਗੀਰ ਕੌਰ ਨੂੰ ਸਪੋਰਟ ਕਰ ਰਹੀ ਹੈ ਕਿ ਉਹ ਪ੍ਰਧਾਨਗੀ ਦੇ ਇਲੈਕਸ਼ਨ ਲੜਨ ਕਿਉਂਕਿ ਡੈਮੋਕ੍ਰੇਸੀ ਇਹ ਕਹਿੰਦੀ ਹੈ। ਸੰਜੇ ਕਪੂਰ ਜੀ ਬੀਜੇਪੀ ਦਾ ਟੇਕ ਇਹੀ ਹੈ? ਦੇਖੋ ਬੀਬੀ ਜਗੀਰ ਕੌਰ ਕੀ ਡਿਸੀਜਨ ਲੈਣਾ ਚਾਹੁੰਦੇ ਆ ਔਰ ਅਕਾਲੀ ਦਲ ਉਰ ਤੇ ਕੀ ਰਿਐਕਟ ਕਰ ਰਿਹਾ ਹੈ, ਇਹਦੇ ਤੇ ਸਾਡਾ ਕੋਈ ਕਮੈਂਟ ਨਹੀਂ ਹੈਗਾ। ਅਕਾਲੀ ਦਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਬੀਬੀ ਜਗੀਰ ਕੌਰ ਨੇ ਅੱਗੇ ਕੀ ਕਰਨਾ ਹੈ ਇਹ ਉਹਨਾਂ ਦਾ ਡਿਸੀਜਨ ਹੈਗਾ। ਜੇ ਜਗੀਰ ਕੌਰ ਇਲੈਕਸ਼ਨ ਜਿੱਤਦੇ ਆ, ਜਗੀਰ ਕੌਰ ਪ੍ਰਧਾਨ ਬਣਦੇ ਆ, ਤੁਸੀਂ ਇਹ ਕਹੋਗੇ ਪਰਿਵਾਰਵਾਦ ਦੀ ਪੋਲਿਟਿਕਸ ਨੂੰ ਜਗੀਰ ਕੌਰ ਨੇ ਹਰਾਤਾ? ਸੰਜੇ ਕਪੂਰ ਜੀ ਇਹ ਟੇਕ ਹੋਊਗਾ ਤੁਹਾਡਾ? ਦੇਖੋ ਅੱਜ ਮੈਂ ਤੁਹਾਨੂੰ ਇਹੋ ਗੱਲ ਦੱਸੀ ਹੈ ਨਾ ਕਿ ਦੇਸ਼ ਦੇ ਲੋਕ ਪ੍ਰਦੇਸ਼ ਦੇ ਲੋਕ ਸਭ ਚਾਹੁੰਦੇ ਆ ਕਿ ਜਿਹੜੀ ਪਰਿਵਾਰਵਾਦ ਦੀ ਰਾਜਨੀਤੀ ਹੈ ਨਾ ਇਹਦੇ ਤੋਂ ਬਾਹਰ ਨਿਕਲਿਆ ਜਾਵੇ। ਇਹ ਜੋ ਮੇਰਾ ਓਪੀਨੀਅਨ ਦੀ ਗੱਲ ਨਹੀਂ, ਇਹ ਪ੍ਰਦੇਸ਼ ਦੇ ਲੋਕਾਂ ਨੇ ਇਹ ਚੀਜ਼ ਕਰਕੇ ਦਿਖਾ ਦਿੱਤੀ ਹੈ। ਸੋ ਇਹਦੇ 'ਚ ਜੇ ਲੋਕ ਨਹੀਂ ਪਸੰਦ ਕਰਦੇ ਪਏ ਇਸ ਚੀਜ਼ ਨੂੰ ਤੇ ਠੀਕ ਹੈ, ਜੋ ਲੋਕਾਂ ਦੀ ਚੁਆਇਸ ਹੈ ਉਹ ਅਕਾਲੀ ਜਿਹੜੇ ਲੀਡਰ ਹੈਗੇ ਆ ਪੋਲੀਟੀਕਲ ਪਾਰਟੀਆਂ ਦੇ ਉਹਨਾਂ ਨੂੰ ਸਿਰ ਮੱਥੇ ਤੇ ਲੈਣੀ ਪਏਗੀ। ਚਲੋ ਸੰਜੇ ਕਪੂਰ ਜੀ ਮੈਨੂੰ ਇੱਕ ਚੀਜ਼ ਸਮਝਾ ਦਿਓ, ਜਦੋਂ ਤੁਹਾਡੀ ਪਾਰਟੀ ਦਾ ਜ਼ਿਕਰ ਹੁੰਦਾ ਤੁਸੀਂ ਕਹਿੰਦੇ ਆ ਕਿ ਇਹ ਗਲਤ ਹੋਇਆ, ਸਾਨੂੰ ਮਨਜ਼ੂਰ ਨਹੀਂ। ਜੋ ਆਪਰੇਸ਼ਨ ਲੋਟਸ ਦਾ ਜ਼ਿਕਰ ਹੋਇਆ ਤੁਸੀਂ ਕੋਈ ਕੰਪਲੇਂਟ ਨਹੀਂ ਕੀਤੀ ਆਮ ਆਦਮੀ ਪਾਰਟੀ ਦੇ ਖਿਲਾਫ। ਸੰਜੇ ਕਪੂਰ ਜੀ ਕੀਤੀ ਤਾਂ ਮੈਨੂੰ ਦੱਸ ਦਿਓ, ਹੁਣ ਵੀ ਨਹੀਂ ਕਰੋਗੇ? ਇਹ ਪੋਲਿਟਿਕਸ ਚੱਲਦਾ ਰਹਿੰਦਾ, ਨਾਮ ਲਿਆ ਤਾਂ ਫਿਰ ਕੀ ਹੋ ਗਿਆ? ਕੇਪੀ ਸਿੰਘ ਜੀ 17 ਸੈਪਟੈਂਬਰ ਦੀ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਹੋਈ ਸੀ ਡੀਜੀਪੀ ਨੂੰ ਔਰ ਹਫਤੇ ਦੇ ਵਿੱਚ ਕਹਿੰਦੇ ਸੀ ਕਿ ਬਈ ਸਾਰੇ ਨਾਮ ਸਾਹਮਣੇ ਆ ਜਾਣਗੇ। ਅੱਜ 2 ਨਵੰਬਰ ਹੋ ਗਈ ਹੈ, 44-45 ਦਿਨ। ਸੰਜੇ ਕਪੂਰ ਜੀ ਉਹਨਾਂ ਨੂੰ ਛੱਡੋ ਨਾ, ਮੈਂ ਆਮ ਆਦਮੀ ਪਾਰਟੀ ਦਾ ਸਵਾਲ ਨਹੀਂ ਕਰ ਰਿਹਾ ਸਰ, ਮੈਂ ਤਾਂ ਸਵਾਲ ਕਰ ਰਿਹਾ ਤੁਹਾਡੀ ਪਾਰਟੀ ਦੇ ਸਵਾਲ ਉੱਠਦੇ ਆ। ਤੁਸੀਂ ਕੋਈ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ? ਦਿੱਲੀ ਵਿੱਚ ਕੋਈ ਕੀਤੀ, ਪੰਜਾਬ ਵਿੱਚ ਕੋਈ ਕੀਤੀ? ਕਿ ਐਲੀਗੇਸ਼ਨ ਲਗਾਇਆ ਆਮ ਆਦਮੀ ਪਾਰਟੀ ਦੇ ਐਮਐਲਏਸ ਨੇ, ਕੰਪਲੇਂਟ ਲਾਂਚ ਕਰਾਈ ਆਮ ਆਦਮੀ ਪਾਰਟੀ ਨੇ, ਸਰਕਾਰ ਪੰਜਾਬ 'ਚ ਗਈ ਹੈ ਆਮ ਆਦਮੀ ਪਾਰਟੀ ਦੀ ਤੇ ਜਨਤਾ ਦੇ ਸਾਹਮਣੇ ਸਾਰੇ ਫੈਕਟਸ ਰੱਖਣ। ਸੰਜੇ ਕਪੂਰ ਜੀ ਮੈਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਕੋਈ ਫਰਕ ਹੀ ਨਹੀਂ ਪੈਂਦਾ, ਤੁਹਾਡੇ ਜਿਹੜਾ ਮਰਜ਼ੀ ਐਲੀਗੇਸ਼ਨ ਲਾ ਦੇ, ਕੋਈ ਫਰਕ ਨਹੀਂ ਪੈਂਦਾ। ਇਹਦਾ ਮਤਲਬ ਕਿਤੇ ਨਾ ਕਿਤੇ ਪਰਦੇ ਪਿੱਛੇ ਤੁਸੀਂ ਹੈਗੇ ਹੋ, ਤਾਂ ਹੀ ਨਹੀਂ ਫਰਕ ਪੈ ਰਿਹਾ। ਸੰਜੇ ਕਪੂਰ ਜੀ ਦੇਖੋ ਤੁਸੀਂ ਆਮ ਆਦਮੀ ਪਾਰਟੀ ਦਾ ਇਤਿਹਾਸ ਕੱਢ ਕੇ ਦੇਖ ਲਓ, ਜਦੋਂ ਵੀ ਉਹ ਦਿੱਲੀ ਦੀ ਸੱਤਾ 'ਚ ਆਏ ਨਾ ਪਹਿਲੇ ਦਿਨ ਤੋਂ ਬੀਜੇਪੀ ਸਰ ਮੈਂ ਤਾਂ ਸਵਾਲ ਤੁਹਾਡਾ ਕਰ ਰਿਹਾ ਸਰ, ਆਮ ਆਦਮੀ ਪਾਰਟੀ ਨੂੰ ਬੁਲਾਇਆ ਹੀ ਨਹੀਂ ਸਰ। ਜਾਂ ਤੇ ਕਿਸੇ ਦਾ ਨਾਮ ਲੈਣ ਦੱਸਣ ਨਾ ਕਿਸ ਬੰਦੇ ਨੇ ਕੀਤਾ ਹੈਗਾ। 45 ਦਿਨਾਂ 'ਚ ਇਹਨਾਂ ਦੀ ਇਨਵੈਸਟੀਗੇਸ਼ਨ ਸਰ ਨਾਮ ਲਿਆ ਤਾਂ ਹੈ, ਉਹਨਾਂ ਨੇ ਵੀ ਨਾਮ ਲਿਆ, ਕੇਂਦਰੀ ਗ੍ਰਹਿ ਮੰਤਰੀ ਦਾ ਨਾਮ ਲੈ ਲਿਆ ਸਰ, ਹੁਣ ਪਿੱਛੇ ਕੀ ਰਹਿ ਗਿਆ? ਇੱਕ ਕੇਂਦਰੀ ਮੰਤਰੀ ਦਾ ਨਾਮ ਲੈ ਲਿਆ, ਦੂਜੇ ਦਾ ਉਹ ਪਿੱਛੇ ਕੀ ਰਹਿ ਗਿਆ? ਸੰਜੇ ਕਪੂਰ ਜੀ ਤੁਸੀਂ ਕੋਈ ਨਾਮ ਲਿੱਤਾ, ਰਿਪੋਰਟ ਜਿਹੜੀ ਇਨਵੈਸਟੀਗੇਸ਼ਨ ਡੀਜੀਪੀ ਨੇ ਕੀਤੀ ਹੈ ਉਹਦੀ ਰਿਪੋਰਟ ਸਾਹਮਣੇ ਠੀਕ ਹੈ ਸੰਜੇ ਕਪੂਰ ਜੀ, ਇਹ ਸਵਾਲ ਹੀ ਹੋ ਜਾ ਸਰ, ਇਹਦਾ ਜਵਾਬ ਨਹੀਂ ਹੈਗਾ, ਇਹਦਾ ਜਵਾਬ ਨਹੀਂ ਹੈਗਾ। ਕੁਸ਼ਲਪਾਲ ਮਾਨ ਮੈਂ ਵਾਪਸ ਆ ਜਾਊਂਗਾ, ਸੰਜੇ ਕਪੂਰ ਵਾਪਸ ਆ। ਕੁਸ਼ਲਪਾਲ ਸਿੰਘ ਮਾਨ ਮੈਂ ਇਹਨੂੰ ਇਹ ਮੰਨ ਕੇ ਚੱਲਾਂ ਐਸਜੀਪੀਸੀ ਚੋਣਾਂ ਜਿਹੜੀਆਂ ਮੇਨ ਚੋਣਾਂ ਹੁੰਦੀਆਂ ਜਿਹੜੀਆਂ 11-12 ਸਾਲ ਤੋਂ ਲਟਕਦੀਆਂ ਪਈਆਂ, ਉਹਦਾ ਇੱਕ ਟ੍ਰੇਲਰ ਸੀਗਾ ਕੁਸ਼ਲਪਾਲ ਮਾਨ?
ਇਹ ਜਿਹੜੀ ਬੀਜੇਪੀ ਦੀ ਇੰਟਰਫੇਰੈਂਸ ਹੈ ਔਰ ਜਿਹੜੀ ਇਹਨਾਂ ਦੀ ਇੰਟੈਂਟ ਹੈ ਟੂ ਇੰਟਰਫੇਰੈਂਸ ਇਨਟੂ ਦ ਸਿੱਖ ਪੰਥਿਕ ਇਸ਼ੂਜ਼, ਉਹਦਾ ਟ੍ਰੇਲਰ ਹੈਗਾ ਜੀ। ਬੜਾ ਕਲੀਅਰ ਮੁਹੰਮਦ ਖਾਲਿਦ ਸਾਹਿਬ ਨੇ ਵੀ ਢਕਵੇਂ ਰੁਖਾਂ 'ਚ ਕਿਹਾ, ਤੁਸੀਂ ਵੀ ਢਕੇ ਜਿਹੇ ਅਲਫਾਜ਼ਾਂ 'ਚ ਕਿਹਾ। ਮੈਂ ਬਿਲਕੁਲ ਸ਼ਰੇਆਮ ਕਹਿਣਾ ਇਹ ਬੀਜੇਪੀ ਦਾ ਕੀਤਾ ਧਰਿਆ। ਇਹ ਕੰਟਰੋਲ ਕਰਨਾ ਚਾਹੁੰਦੇ ਨੇ ਸਿੱਖ ਅਦਾਰਿਆਂ ਨੂੰ, ਔਰ ਇਹ ਜਿਹੜੀ 12 ਸਾਲ ਤੋਂ ਇਲੈਕਸ਼ਨ ਨਹੀਂ ਕਰਾਈ, ਇਹ ਕਹਿ ਰਹੇ ਨੇ ਜੀ ਸਾਡਾ ਕੋਈ ਰੋਲ ਨਹੀਂ। ਆਪਣੇ ਕਪੂਰ ਸਾਹਿਬ ਗੱਲ ਸੁਣੋ, ਰੋਲ ਤਾਂ ਸਾਰਾ ਹੀ ਤੁਹਾਡਾ ਹੈ। ਮਿਨਿਸਟਰੀ ਆਫ ਹੋਮ ਤੁਹਾਡੇ ਕੋਲ ਹੈ। ਇਲੈਕਸ਼ਨ ਅੱਜ ਤੱਕ ਤੁਸੀਂ ਨਹੀਂ ਹੋਣ ਦਿੱਤੀਆਂ, ਹੋਣ ਇਸ ਕਰਕੇ ਨਹੀਂ ਦਿੱਤੀਆਂ ਭਈ ਜਿਹੜੇ ਮੈਂਬਰਸ ਚੁਣੇ ਹੋਏ ਨੇ ਉਹਨਾਂ ਨੂੰ ਇਹਨਾਂ ਨੇ ਆਸ਼ਵਾਸਨ ਦਿੱਤਾ ਹੈਗਾ। ਮੈਂ ਬੜੀ ਪੁਖਤਾ ਗੱਲ ਕਰ ਰਿਹਾ ਵੀ ਕੋਈ ਨਹੀਂ, ਤੁਸੀਂ ਬੈਠੇ ਰਹੋ, ਤੁਹਾਡੇ 2 ਸਾਲ ਹੋਰ ਮੈਂਬਰਸ਼ਿਪ ਚੱਲਦੀ ਰਹਿੰਦੀ ਹੈ ਤੇ ਆ 24 ਦੀ ਇਲੈਕਸ਼ਨਾਂ ਕੱਢ ਲੈਂਦੇ ਹੋ। ਕਹਾਣੀ ਤਾਂ ਆ ਹੈ। ਦੂਜਾ, ਕਪੂਰ ਸਾਹਿਬ ਪਰਿਵਾਰਵਾਦ ਦੀ ਗੱਲ ਕਰਦੇ ਹੋ। ਪਿਛਲੇ 25 ਸਾਲਾਂ ਚੋਂ 15 ਸਾਲ ਤਾਂ ਤੁਸੀਂ ਬੀਜੇਪੀ ਦੇ ਨਾਂ ਨੇ ਉਹਨਾਂ ਨੂੰ ਦਿੱਲੀ 'ਚ ਰੱਖਿਆ ਤੇ ਇਸ ਪਰਿਵਾਰ ਨੇ ਤੁਹਾਨੂੰ ਇੱਥੇ ਮਿਨਿਸਟਰੀਆਂ 'ਚ ਰੱਖਿਆ। ਆਪਾਂ ਕਿਹੜੀਆਂ ਗੱਲਾਂ ਕਰਦੇ, ਆਪਾਂ ਕਿਹੜਾ ਮੋਰਲ ਹਾਈ ਗਰਾਊਂਡ ਲੈਂਦੇ ਆ। ਮੈਂ ਇੱਕੋ ਗੱਲ ਅੱਜ ਕਹਿਣਾ ਚਾਹੁੰਦਾ, ਜੇ ਗਵਰਨਮੈਂਟ ਆਫ ਇੰਡੀਆ ਦੀਆਂ ਜਿਹੜੀ ਇੰਡੀਅਨ ਸਟੇਟ ਤੇ ਰਾਜ ਕਰਦੀਆਂ ਪਾਵਰਸ ਟੂ ਬੀ ਨੇ, ਜੇ ਇਹਨਾਂ ਨੇ ਸਿੱਖਾਂ ਦੇ ਪੰਥਕ ਮਾਮਲਿਆਂ 'ਚ ਐਵੇਂ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਕੀਤੀ, ਪੰਜਾਬ ਨੂੰ ਔਰ ਕੌਮ 'ਚ ਇੰਨਾ ਰੋਸ ਪੈਦਾ ਹੋਣਾ, ਉਹ ਰਿਐਕਸ਼ਨ ਆਉਣਾ, ਇਹਨਾਂ ਤੋਂ ਸੰਭਲੇ ਮੁੜ ਕੇ ਸੰਭਿਆ ਕੁਝ ਮਾਨੋ ਤਾਂ ਸਿੱਧਾ ਤੁਹਾਨੂੰ ਸੰਕੇਤ ਦੇ ਰਿਹਾ ਨਾ, ਤੁਹਾਨੂੰ ਇਸ਼ਾਰਾ ਕਰ ਰਿਹਾ ਕਿ ਜੇ ਤੁਸੀਂ ਆਪਦੇ ਆਪ ਨੂੰ ਸਾਰੇ ਪੰਥਕ ਧਿਰਾਂ ਕਹਿੰਦੇ ਹੋ ਤਾਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ ਨਾ। ਉਹ ਤਾਂ ਤੁਹਾਨੂੰ ਸੰਕੇਤ ਦੇ ਰਿਹਾ। ਜੇ ਤੁਸੀਂ ਐਵੇਂ ਟੁੱਟੇ ਰਹੋਗੇ ਉਹਨਾਂ ਨੇ ਤਾਂ ਨਹੀਂ ਹੋਣਾ। ਮੇਰੀ ਗੱਲ ਸੁਣੋ ਕੇਪੀ ਸਿੰਘ ਜੀ, ਗੱਲ ਇਹ ਹੈ ਜਿਸ ਪਰਿਵਾਰ ਦੇ ਥੱਲੇ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਹੋਵੇ, ਜਿਸ ਪਰਿਵਾਰ ਦੇ ਥੱਲੇ ਜਿਹੜੇ ਬੱਚੇ ਸ਼ਹੀਦ ਹੋਏ ਹੋਣ ਉਹਨਾਂ ਦੀ ਦੁਰਗਤੀ ਹੋਈ ਹੋਵੇ, ਜਿਸ ਪਰਿਵਾਰ ਦੇ ਥੱਲੇ ਸਿੱਖਾਂ ਦੇ ਕਾਤਲਾਂ ਨੂੰ ਡੀਜੀਪੀ ਬਣਾਇਆ ਗਿਆ ਹੋਵੇ, ਉਹ ਸਿੱਖੀ ਦੇ, ਕੌਮ ਦੇ ਔਰ ਪੰਥ ਦੇ ਕਿਵੇਂ ਦਰਦੀ ਹੋ ਸਕਦੇ ਨੇ? ਉਹਨਾਂ ਨਾਲ ਕਿਵੇਂ ਅਸੀਂ ਰਲ ਸਕਦੇ ਹਾਂ? ਇਹ ਜਿੰਨੀ ਦੇਰ ਇਹਨਾਂ ਦਾ ਰਾਜ ਰਿਹਾ ਹੈ, ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੂੰ ਨਿੱਤ ਅੰਦਰ ਰੱਖਦੇ ਸੀ, ਨਿੱਤ। ਜੋ ਤੁਸੀਂ ਇਹ ਸਵਾਲ ਕਰਦੇ ਹੋ, ਉਦੋਂ ਮਾਨ ਸਾਹਿਬ ਦਾ ਉਹ ਰਿਕਾਰਡ ਕੱਢਦੇ ਜਦੋਂ ਪੁਲਿਸ ਵਿੱਚ ਹੁੰਦੇ ਸੀਗੇ, ਉਦੋਂ ਸਰਾਇਨਾਗਾ ਦਾ ਰਿਕਾਰਡ ਕੱਢ ਕੇ ਰੱਖ ਦਿੰਦੇ ਅੱਗੇ। ਉਹ ਕੇਪੀ ਸਿੰਘ ਜੀ, ਸਰਾਇਨਾਗਾ ਦਾ ਰਿਕਾਰਡ ਕਰ ਲਓ, ਸਰਦਾਰ ਅਰੂਪ ਸਿੰਘ ਦਾ ਰਿਕਾਰਡ ਕਰ ਲਓ। ਤੁਸੀਂ 84 ਤੋਂ ਬਾਅਦ ਦੀ ਗੱਲ ਕਰੋ, ਜਦੋਂ ਉਹਨਾਂ ਨੇ ਇਲੈਕਸ਼ਨ, ਜਦੋਂ ਉਹਨਾਂ ਨੇ ਛੱਡਤਾ। ਇਹਨਾਂ ਨੇ 84 ਤੋਂ ਬਾਅਦ ਕੀ ਕੀਤਾ? 84 ਇਜ਼ ਵਾਟਰਸ਼ੈਡ ਇਨ ਪੰਜਾਬਸ ਹਿਸਟਰੀ, ਸਪੈਸ਼ਲੀ ਪੋਸਟ ਇੰਡੀਪੈਂਡੈਂਸ। ਜਦੋਂ ਸਾਡੇ ਅਕਾਲ ਤਖਤ ਢੱਠ ਗਏ, ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ, ਜਦੋਂ ਸਾਡੀ ਨਸਲ ਖੁਸ਼ੀ ਹੋਈ, ਸਾਡੇ ਕਤਲੇਆਮ ਹੋਏ, ਮੈਂ ਕਹਿੰਦਾ ਉਦੋਂ ਵੀ 200 ਸਾਲ ਪਿੱਛੇ ਚੱਲ ਜਾਓ, ਫਿਰ ਜਾਂਦੇ ਕਿਉਂ ਨਹੀਂ? ਚਲੋ ਤੁਸੀਂ ਸਿੱਧਾ ਕਮੈਂਟ ਕਰ ਦਿਓ, ਸਿੱਧਾ ਕਮੈਂਟ ਕਰ ਦਿਓ, ਮੈਂ ਫਿਰ ਬ੍ਰੇਕ ਲੈਣੀ ਹੈ। ਬੀਬੀ ਜਗੀਰ ਕੌਰ ਨੂੰ ਸਸਪੈਂਡ ਕੀਤਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖੁਸ਼ ਹੈ? ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਦੀਆਂ ਸਾਰੀਆਂ ਐਕਟੀਵਿਟੀਜ਼ ਤੇ ਬਹੁਤ ਚਿੰਤਤ ਹੈ ਭਈ ਇਹ ਕੌਮ ਨੂੰ ਆਪ ਦਾ ਕੰਟਰੋਲ ਰੱਖਣ ਲਈ ਕਿਸ ਕਾਰਨਰ 'ਚ ਧੱਕ ਰਹੇ ਨੇ। ਇਹ ਬੀਜੇਪੀ, ਇਹ ਇਲੈਕਸ਼ਨ, ਇਹਨਾਂ ਨੇ ਅੱਜ ਤੱਕ ਇੱਕ ਮੈਮੋਰੈਂਡਮ ਨਹੀਂ ਪਾਸ ਕੀਤਾ ਗਵਰਨਮੈਂਟ ਆਫ ਇੰਡੀਆ ਨੂੰ ਵੀ ਇਲੈਕਸ਼ਨ ਕਰਾ ਦਿਓ। ਔਰ ਇਹ ਜਿਹੜੇ ਵਰਕਰਸ ਨੂੰ ਇਹ ਸਾਂਭੀ ਬੈਠੇ ਨੇ, ਮੈਂਬਰਸ ਨੂੰ, ਉਹਨਾਂ ਨੇ ਇਹਨਾਂ ਤੋਂ ਖੋ ਕੇ ਕੌਮ ਦੀ ਜਿਹੜੇ ਘਰ ਨੇ ਉਹ ਬੀਜੇਪੀ ਆਰਐਸਐਸ ਦੀ ਝੋਲੀ ਅੱਗੇ ਵੀ ਪਾਤੇ ਹੋਰ। मैं एक छोटा ब्रेक लूंगा, ब्रेक तो वापस आऊंगे। बीबी सस्पेंड की हो गया दी एंड, सारा सवाल यही है, वापस आके फिर पूछूंगा। एक बार फिर तुहाडा स्वागत करते हैं। बड़ा सवाल तुहाडे सामने है, साबका प्रधान बीबी जगीर कौर दी बगावत पिछे असल च किहड़ी ताकत है? डॉक्टर खालिद जदों कोई भी श्रोमणी अकाली जां किसी भी धिर विच कोई रफड़ पैंदा, कोई बगावत होंदी है, सीधा सीधा कह दो बीजेपी कर रही है जी। जदों ये कहंदे सी हुण तां नाम लैके कहता खालिद साहब, जदों ये नाम लिया जाता उनते कोई सबूत भी देने पैंदे आ, जां सियासत में कोई सबूत नहीं होंदे, कोई कानूनी प्रक्रिया नहीं होंदी, बस ठीक है कहता बस ठीक है, चलो साडी बल्ले बल्ले तुहाडी बल्ले बल्ले, बस लोकी लगे रहणगे आपे बहस करते रहणगे। खालिद साहब देखो इदां है, जे इकबाल सिंह लालपुरा दा नाम आया है तां वो एवें नहीं आया है, देयर मस्ट बी समथिंग बिहाइंड इट, क्योंकि वो एक सिख फेस के तौर पर 2012 तो बीजेपी प्रोजेक्ट कर रही है। उसके बाद नैशनल कमीशन का माइनॉरिटीज का चेयरमैन लगाना, ये सारा कुछ जो है वो तो ये है कि एक ट्रोजन हॉर्सेस होंगे हैं ग्रीक माइथोलॉजी दे विच, वो अगे किए जाते हैं। पहला वो देखने वास्ते कि पानी कितना टेस्टिंग द वाटर, उसके बाद तुसी
ਆਪਣੀਆਂ ਪੂਰੀਆਂ ਫੌਜਾਂ ਭੇਜਦੇ ਹੋ। ਉਹ ਚੀਜ਼ ਜਿਹੜੀ ਹੈਗੀ ਆ ਉਹ ਇੱਥੇ ਵੀ ਨਜ਼ਰ ਆ ਰਹੀ ਹੈ। ਡੈਫੀਨਿਟਲੀ ਅਕਾਲੀ ਦਲ ਨੂੰ ਬਹੁਤ ਵੱਡਾ ਖਤਰਾ ਹੈ ਇਸ ਵੇਲੇ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਾਮਯਾਬ ਹੁੰਦੀਆਂ ਨੇ। ਔਰ ਅਕਾਲੀ ਦਲ ਨੂੰ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ, ਪਹਿਲਾਂ ਵੀ ਕਈ ਜਗ੍ਹਾ ਤੇ ਮੈਂ ਗੱਲ ਕਹਿ ਰਿਹਾ, ਅਕਾਲੀ ਦਲ ਨੂੰ ਆਪਣੀ ਉਹ ਧਰਾਤਲ, ਆਪਣੀ ਉਹ ਆਈਡੀਓਲੋਜੀ ਜਿਹਦੀ ਵਜ੍ਹਾ ਕਰਕੇ ਅਕਾਲੀ ਦਲ ਥਾ, ਜਦ ਤੱਕ ਮੁੜ ਕੇ ਉੱਥੇ ਨਹੀਂ ਆਉਂਦੇ ਉਸ ਵੇਲੇ ਤੱਕ ਅਕਾਲੀ ਦਲ ਜਿਹੜਾ ਹੈਗਾ ਉਹ ਵਿਚਰ ਨਹੀਂ ਸਕਦਾ ਹੁਣ ਪੰਜਾਬ ਦੇ ਵਿੱਚ, ਕਿਉਂਕਿ ਲੋਕਾਂ ਦਾ ਤੇ ਅਕਾਲੀ ਦਲ ਦਾ ਟਰਸਟ ਡੈਫਿਸਿਟ ਬਹੁਤ ਜ਼ਬਰਦਸਤ ਹੋ ਚੁੱਕਿਆ ਹੈ। ਔਰ ਉਸ ਸਿਚੁਏਸ਼ਨ ਦੇ ਵਿੱਚ KP ਸਿੰਘ ਜੀ, ਉਸ ਸਿਚੁਏਸ਼ਨ ਦੇ ਵਿੱਚ ਡੈਫੀਨਿਟਲੀ ਉਹ ਨੈਰੇਟਿਵ, ਉਹ ਪੋਲੀਟੀਕਲ ਪਾਰਟੀ ਜਿਹੜੀ ਕਿ ਇਸ ਵੇਲੇ ਪੂਰੇ ਕੰਟਰੀ ਦੇ ਵਿੱਚ ਆਪਣਾ ਬੋਲਬਾਲਾ ਕਰਨਾ ਚਾਹੁੰਦੀ ਹੈ, ਉਹਨੂੰ ਮਾੜਾ ਜਿਹਾ ਵੀ ਕਿਤੇ ਸੁਰਾਗ ਮਿਲੇਗਾ, ਮਾੜੀ ਜਿਹੀ ਵੀ ਕਿਤੇ ਨਜ਼ਰ ਆਏਗੀ ਕੈਵਿਟੀ, ਅੰਦਰ ਵੜ ਜਾਣਗੇ ਐਂਡ ਦੇ ਮੇ ਬੀ ਟਰਾਈਂਗ। ਅਗਰ ਤੁਸੀਂ ਇਹ ਕਹਿੰਦੇ ਹੋ ਕਿ ਜੀ ਹੁਣ ਅੱਗੇ ਨੂੰ ਪਤਾ ਲੱਗੂਗਾ, ਜਦ 9 ਸਾਹਮਣੇ ਆ ਗਿਆ ਤਾਂ ਡੈਫੀਨਿਟਲੀ ਇਟ ਮੀਨਸ ਕਿ ਕੁਛ ਨਾ ਕੁਛ ਬਿਹਾਈਂਡ ਦਾ ਕਰਟਨ ਕੁੱਕ ਹੋ ਰਿਹਾ, ਉਹਦੀ ਵਜ੍ਹਾ ਕਰਕੇ ਹੀ ਸਾਰਾ ਕੁਝ ਸਾਹਮਣੇ ਆ ਰਿਹਾ। ਬਾਕੀ ਹੈਗਾ ਕਿ ਅਗਰ ਤੁਹਾਡੇ ਹੀ ਸਿਪਾਹੀ ਤੁਹਾਨੂੰ ਧੋਖਾ ਦੇਣ ਤੇ ਤੁਰ ਪਣ ਤਾਂ ਬਾਕੀ ਬਾਹਰਲੇ ਕੀ ਕਰਨਗੇ? ਬਾਹਰਲਿਆਂ ਨੇ ਤਾਂ ਖੁੱਡਾਂ ਲੱਭਣੀਆਂ। ਡਾਕਟਰ ਖਾਲਿਦ ਮੈਨੂੰ ਇੱਕ ਥੋੜੀ ਸਿਚੁਏਸ਼ਨ ਸਮਝਾਓ ਡਾਕਟਰ ਖਾਲਿਦ। ਜੇ ਜਗੀਰ ਕੌਰ ਹਰੀ ਬਗਾਵਤ ਤੇ ਅੜੇ ਹੋਏ ਆ, ਜਗੀਰ ਕੌਰ ਬਗਾਵਤ ਕਰਦੇ ਆ, ਸਫਲ ਹੋ ਜਾਂਦੇ ਆ, ਕੁਝ ਮੈਂਬਰ ਉਹਨਾਂ ਨਾਲ ਚਲੇ ਜਾਂਦੇ ਆ, ਚੋਣ ਜਿੱਤਣ ਨਾ ਜਿੱਤਣ ਉਹ ਬਾਅਦ ਦੀ ਗੱਲ ਹੈ। ਮੇਰਾ ਸਵਾਲ ਹੈ ਕਿ ਜਗੀਰ ਕੌਰ ਦੇ ਬਹਾਨੇ SGPC ਚੋਣਾਂ ਦੀ ਅਨਾਉਂਸਮੈਂਟ ਹੋ ਸਕਦੀ ਹੈ, ਕੀਤੀ ਜਾ ਸਕਦੀ ਹੈ, ਕਿਉਂਕਿ ਕੇਂਦਰ ਸਰਕਾਰ ਇਹਨਾਂ ਮੁੱਦਿਆਂ ਤੇ ਪੂਰੀ ਨਜ਼ਰ ਰੱਖ ਰਹੀ ਹੈ ਨਾ। SGPC ਇਲੈਕਸ਼ਨ ਕਦੋਂ ਅਨਾਉਂਸ ਕਰਨੇ ਆ? ਪਹਿਲਾਂ ਕੋਰਟ ਦੇ ਪਾਲੇ 'ਚ ਗੇਂਦ ਸਿੱਟੀ ਜਾਂਦੀ ਸੀ, ਕੋਰਟ ਵੇ ਕੇਸ ਚੱਲਦੇ ਪਈ, ਅਸੀਂ ਕਰੀਏ। ਹੁਣ ਜਦੋਂ ਕੋਰਟ ਕਹਿ ਰਿਹਾ ਕਿ ਚੋਣਾਂ ਕਰਵਾਓ, ਫਿਰ ਖਾਲਿਦ ਸਾਹਿਬ ਦੇਖੋ ਇਦਾਂ ਹੈ ਕਿ ਸੈਂਟਰਲ BJP ਗਵਰਨਮੈਂਟ ਨੇ, ਕੇਂਦਰ ਦੀ ਨੇ ਉਸ ਵੇਲੇ ਚੋਣਾਂ ਜਿਹੜੀਆਂ ਹੈਗੀਆਂ ਅਨਾਉਂਸ ਕਰਨੀਆਂ ਜਿਸ ਵੇਲੇ ਉਹਨਾਂ ਨੂੰ ਲੱਗੂਗਾ ਕਿ ਅਸੀਂ ਇਹਦੇ ਵਿੱਚ ਇਨਰੋਡਸ ਬਣਾ ਸਕਦੇ ਹਾਂ। ਔਰ ਉਹਦੇ ਵਿੱਚ ਹੋ ਸਕਦਾ ਹੈ ਕਿ ਇੱਕ ਉਹਦੀ ਐਫਰਟ ਹੋਵੇ ਇਹ ਕਹਿਣਾ ਕਿ ਸਾਡਾ ਇਹਦੇ ਨਾਲ ਕੋਈ ਅਕਾਲੀ ਇਹਦਾ BJP ਦਾ ਜਾਂ ਉਹ ਨਹੀਂ ਲੈਣਾ ਦੇਣਾ। BJP ਹਰ ਜਗ੍ਹਾ ਆਪਣੇ ਆਪ ਨੂੰ ਓਵਰ ਆਰਚਿੰਗ ਪ੍ਰੈਜ਼ੈਂਸ ਕਰਨਾ ਚਾਹੁੰਦੀ ਹੈ ਪੋਲੀਟੀਕਲੀ, ਔਰ ਉਹਦਾ ਇੱਕ ਜਿਹੜਾ ਹੈਗਾ ਅੰਸ਼ ਹੋ ਸਕਦਾ ਹੈ। ਠੀਕ ਹੈ। ਹਾਂ ਮਿਸਟਰ ਮਾਨ ਕੁਝ ਕਹਿਣਾ ਚਾਹ ਰਹੇ ਸੀ? ਮੈਂ ਕਹਿਣਾ ਚਾਹ ਰਿਹਾ ਸੀਗਾ ਜਿਹੜਾ BJP ਦੇ ਪਿਛਲੀ, ਜੇ ਤੁਸੀਂ ਆਪਣਾ ਹਿਸਟਰੀ ਦੇਖੋ ਪਿਛਲੇ 2-4 ਸਾਲ ਦੀ, ਕਿਹੜੀ ਥਾਂ ਇਹਨਾਂ ਨੇ ਜਾ ਕੇ ਵੜ ਕੇ ਬੰਦੇ ਖਰੀਦ ਕੇ ਕੋਸ਼ਿਸ਼ ਨਹੀਂ ਕੀਤੀ। ਦੂਸਰੀ ਤੌਰ ਜੇ ਬੀਬੀ ਜਗੀਰ ਕੌਰ ਹੋਰਾਂ ਦਾ ਪੋਲੀਟੀਕਲ ਕੈਰੀਅਰ ਦੇਖਿਆ ਜਾਵੇ, ਜਦੋਂ ਅਕਾਲੀ ਦਲ ਅੰਮ੍ਰਿਤਸਰ ਛੱਡ ਕੇ ਬਾਦਲ ਦਲ 'ਚ ਗਏ ਨੇ, ਇਹ ਆਪਦੇ ਨਿੱਜੀ ਮਫਾਦ ਲਈ ਜਾਂਦੇ ਨੇ। ਮੈਂ ਇਸ ਤੋਂ ਬਾਅਦ ਬਾਕੀ ਚੀਜ਼ਾਂ ਦੇ ਉਹਨਾਂ ਦੇ ਪਰਸਨਲ ਤੇ ਕੰਡਕਟ ਤੇ ਨਹੀਂ ਕੁਝ ਕਹਿੰਦਾ ਵੀ ਇਹ ਜਿਹੜਾ ਜਦੋਂ ਇਹਨਾਂ ਨੂੰ ਲੱਗਿਆ ਵੀ ਬਾਦਲ ਦਲ ਵੀਕ ਹੋ ਰਿਹਾ ਨੇ, ਬਾਦਲ ਪਰਿਵਾਰ ਵੀਕ ਹੋ ਰਿਹਾ, ਉਹਨੇ ਕਿਹਾ ਵੱਡੇ ਆਕਾ ਮਿਲ ਗਏ ਨੇ, ਉਧਰ ਨੂੰ ਤੁਰ ਪਓ। ਬਟ ਇਹਦੇ ਨਾਲ ਮੈਂ ਬਾਰ-ਬਾਰ ਇੱਕੋ ਹੀ ਗੱਲ ਕਹਿ ਰਿਹਾ ਵੀ ਇੰਨਾ ਖਿਲਾਫ ਪੈਦਾ ਹੋਣ ਵਾਲਾ ਹੈ ਜਿਹੜਾ ਇੰਡੀਅਨ ਸਟੇਟ ਕੋਲੋਂ ਸਾਂਭਿਆ ਨਹੀਂ ਜਾਣਾ। ਫੇਰ ਇਹ ਕਹਿੰਦੇ ਨੇ ਆਹ ਹੋ ਗਿਆ, ਉਹ ਹੋ ਗਿਆ, ਇਹ ਪੋਸੀਬਲ ਨਹੀਂ ਹੈ। ਤੁਸੀਂ ਵੀ ਚਿੰਤਾ ਚੋਂ ਇਸ ਬਗਾਵਤ ਤੋਂ ਮਿਸਟਰ ਮਾਨ? ਬਹੁਤ ਚਿੰਤਾ ਚ ਜੀ, ਬਹੁਤ ਚਿੰਤਾ ਚ। ਮੈਡਮ ਸੋਲ ਪਹਿਲੀ ਵਾਰੀ ਦੇਖਿਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਨਾ ਚਿੰਤਤ ਨਜ਼ਰ ਆਇਆ ਹੋਵੇ। ਮੈਂ ਓਪਨਲੀ ਕਹਿ ਰਿਹਾ ਸ਼ਬਦ ਡਾਕਟਰ ਜਸਵਿੰਦਰ ਕੌਰ ਸੋਲ, ਤੁਸੀਂ ਮੈਨੂੰ ਲੱਗਦਾ ਚਿੰਤਾ ਚ ਹੈ ਹੀ ਨਹੀਂ। ਤੁਸੀਂ ਉਹਨਾਂ ਨੂੰ ਆਪ ਘਰੇ ਲੈ ਕੇ ਸੀ, ਉਹਨਾਂ ਤੇ ਇਲਜ਼ਾਮ ਲਾਈ ਜਾਂਦੇ ਹੋ। ਦੇਖੋ ਜੀ ਗੱਲ ਇਹ ਹੈ ਕਿ ਕੁਲਦੀਪਪਾਲ ਸਿੰਘ ਜੀ ਜੋ ਕਹਿ ਰਹੇ ਨੇ ਚਿੰਤਿਤ ਹੋਣਾ, ਉਹਨਾਂ ਦਾ ਚਿੰਤਾ ਦਾ ਵਿਸ਼ਾ ਹੈਗਾ ਕੌਮ, ਉਹਨਾਂ ਦਾ ਚਿੰਤਾ ਦਾ ਵਿਸ਼ਾ ਹੈਗਾ ਪੰਥ। ਕਿਉਂਕਿ BJP ਦੀ ਪੁਰਜ਼ੋਰ ਜਿਹੜੀ ਕੋਸ਼ਿਸ਼ ਹੈ ਚੱਲ ਰਹੀ ਹੈ ਕਿ ਸਿੱਖਾਂ ਨੂੰ ਕਮਜ਼ੋਰ ਕੀਤਾ ਜਾਵੇ। ਮੈਡਮ ਸੋਲ ਮੈਂ ਤੁਹਾਡੇ ਸਵਾਲ ਦੇ ਵਿੱਚ ਹੀ ਜਵਾਬ ਮੈਨੂੰ ਮਿਲਿਆ ਇੱਕ, ਉਹਨਾਂ ਦੀ ਚਿੰਤਾ ਦਾ ਵਿਸ਼ਾ ਕੌਮ ਹੈ, ਤੁਹਾਡੀ ਚਿੰਤਾ ਦਾ ਵਿਸ਼ਾ ਸਿਰਫ ਬਾਦਲ ਪਰਿਵਾਰ ਹੈ। ਨਹੀਂ ਜੀ, ਸਾਡੀ ਚਿੰਤਾ ਦਾ ਵਿਸ਼ਾ ਵੀ ਕੌਮ ਹੀ ਹੈ, ਸਾਡੀ ਚਿੰਤਾ ਦਾ ਵਿਸ਼ਾ ਵੀ ਪੰਥ ਹੀ ਹੈ। ਤੁਸੀਂ ਗੱਲ ਕੀਤੀ ਕਿ ਉਹਨਾਂ ਨੂੰ ਚਿੰਤਾ ਹੋ ਰਹੀ, ਮੈਂ ਉਸ ਚੀਜ਼ ਦਾ ਜਵਾਬ ਦੇ ਰਹੀ ਹਾਂ ਕਿ ਉਹ ਇਸ ਚਿੰਤਾ ਨੂੰ ਲੈ ਕੇ ਚੱਲ ਰਹੇ ਨੇ। ਪਰ ਮੈਨੂੰ ਕਿਤੇ ਨਾ ਕਿਤੇ ਇੱਕ ਪ੍ਰਸ਼ਨ ਹੈ ਮੇਰੇ ਮਨ ਦੇ ਵਿੱਚ, ਆਪਣੇ ਮਾਨ ਸਾਹਿਬ ਨਾਲ ਇਹਨਾਂ ਨਾਲ ਵੀ, ਕਿ ਦੇਖੋ ਆਪਾਂ ਵੀਰ ਜੀ ਇੰਨੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਪੰਥ ਦੇ ਪ੍ਰਤੀ ਆਪਣੀ ਦਿਖਾ ਰਹੇ ਹਾਂ ਜਾਂ ਸਾਨੂੰ ਹੈਗੀ ਬੜੀ ਚਿੰਤਾ ਹੈ ਪੰਥ ਦੀ, ਤੇ ਕਿਤੇ ਨਾ ਕਿਤੇ ਜਿਹੜੀ ਬੰਦੀ ਸਿੰਘਾਂ ਬਾਰੇ ਅਸੀਂ ਮੇਰੇ ਖਿਆਲ ਨਾਲ ਮਾਨ ਗਰੁੱਪ ਵੱਲੋਂ ਕਦੀ ਆਵਾਜ਼ ਨਹੀਂ ਚੱਕੀ ਗਈ, ਉਹਨਾਂ ਦੀ ਰਿਹਾਈ ਦੇ ਬਾਰੇ ਗੱਲ ਨਹੀਂ ਕੀਤੀ ਗਈ, ਜਿੱਥੇ ਕਿ BJP ਵੱਲੋਂ ਏਡੀ ਕੁ ਮੈਂ ਕੀ ਆਪਣੇ ਸ਼ਬਦਾਂ 'ਚ ਕਹਾਂ ਘਟੀਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨੋਟੀਫਿਕੇਸ਼ਨ ਜੋ ਅਗਰ ਚਲੋ ਮੈਡਮ ਸੋਲ ਅੱਜ ਆਪਣੇ ਡਿਬੇਟ ਦਾ ਵਿਸ਼ਾ ਨਹੀਂ ਹੈਗਾ। ਮੈਡਮ ਸੋਲ ਇੱਕ ਮਿੰਟ ਰੋਜੋ, ਮਾਨ ਸਾਹਿਬ ਆਪਣੇ ਡਿਬੇਟ ਦਾ ਵਿਸ਼ਾ ਨਹੀਂ ਹੈਗਾ। ਮੈਂ ਡਿਬੇਟ ਨੂੰ ਡੀਰੇਲ ਨਹੀਂ ਹੋਣ ਦਊਂਗਾ, ਮੈਂ ਵਾਪਸ ਆ ਜਾਊਂਗਾ। ਮੈਡਮ ਸੋਲ ਮੈਨੂੰ ਇਹ ਦੱਸੋ, ਤੁਸੀਂ ਕਦੇ ਤੁਸੀਂ ਲਿਖ ਕੇ ਦਿੱਤਾ ਕੇਂਦਰ ਸਰਕਾਰ ਨੂੰ ਕਿ SGPC ਦੀਆਂ ਚੋਣਾਂ ਕਰਵਾਈਆਂ ਜਾਣ?
ਐਸਜੀਪੀਸੀ ਦੀਆਂ ਚੋਣਾਂ ਵੱਲੋਂ ਜੀ ਦੇਖੋ, ਵੈਸੇ ਤਾਂ ਮੈਂ ਐਸਜੀਪੀਸੀ ਮੈਂਬਰ ਨਹੀਂ ਆ, ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਹਾਂ, ਲੇਕਿਨ ਐਸਜੀਪੀਸੀ ਵੱਲੋਂ ਕਿਉਂ ਨਹੀਂ ਕੀਤਾ ਗਿਆ? ਬੀਜੇਪੀ ਦੀ ਲਗਾਤਾਰ ਕੋਸ਼ਿਸ਼ ਹੈ ਕਿ ਪਹਿਲੇ ਆਪਾਂ ਮਜ਼ਬੂਤ ਕਰ ਲਈਏ, ਇਹਨਾਂ ਨੂੰ ਤੋੜ ਲਈਏ, ਅਸੀਂ ਫਿਰ ਇਲੈਕਸ਼ਨਸ ਕਰਵਾਈਏ। ਨਹੀਂ, ਤੁਸੀਂ ਕਦੇ ਲਿਖ ਕੇ ਦਿੱਤਾ ਵੀ ਇਲੈਕਸ਼ਨ ਕਰਵਾਓ? ਮੈਂ ਇਸ ਚੀਜ਼ ਬਾਰੇ ਕੇਪੀਜੀ ਅਵੇਅਰ ਨਹੀਂ। ਚਲੋ ਠੀਕ। ਸੰਜੇ ਕਪੂਰ ਅਕਾਲੀ ਦਲ ਨੇ ਲਿਖ ਕੇ ਨਹੀਂ ਦਿੱਤਾ, ਹੋ ਸਕਦਾ ਲਿਖ ਕੇ ਦਿੱਤਾ ਹੋਵੇ, ਤੁਹਾਨੂੰ ਵੀ ਸ਼ਾਇਦ ਨਾ ਪਤਾ ਹੋਵੇ। ਸੰਜੇ ਕਪੂਰ ਜੀ, ਤੁਸੀਂ ਧਾਰਮਿਕ ਗਤੀਵਿਧੀਆਂ ਵਿੱਚ ਪਾਰਟਿਸਿਪੇਟ ਨਹੀਂ ਕਰਦੇ, ਤੁਹਾਡੇ ਤੱਕ ਸਿਆਸੀ ਧਿਰ ਹੈ। ਸੰਜੇ ਕਪੂਰ ਜੀ, ਐਸਜੀਪੀਸੀ ਚੋਣਾਂ ਕਿਉਂ ਨਹੀਂ ਹੋ ਰਹੀਆਂ? ਦੇਖੋ, ਜੇ ਐਸਜੀਪੀਸੀ ਦੀ ਚੋਣਾਂ ਨਹੀਂ ਹੋ ਰਹੀਆਂ ਤੇ ਇਹਦੇ ਬਾਰੇ ਐਸਜੀਪੀਸੀ ਹੀ ਬਿਹਤਰ ਦੱਸ ਸਕਦੀ ਹੈ ਕਿ ਉਹਨਾਂ ਨੇ ਚੋਣਾਂ ਕਿਉਂ ਨਹੀਂ ਕਰਵਾਈਆਂ। ਜੇ ਉਹਨਾਂ ਨੇ ਸਰ ਸੰਜੇ ਕਪੂਰ ਜੀ, ਮੈਂ ਇਹਦੇ ਬਾਰੇ ਕਮੈਂਟ ਨਹੀਂ ਦੇ ਸਕਦਾ। ਨਹੀਂ ਸੰਜੇ ਕਪੂਰ ਜੀ, ਆਪਾਂ ਦਰਸ਼ਕ ਨੂੰ ਗੁੰਮਰਾਹ ਨਹੀਂ ਹੋਣ ਦੇਣਾ ਚਾਹੁੰਦੇ ਸਰ। ਸੰਜੇ ਕਪੂਰ ਜੀ, ਗ੍ਰਹਿ ਮੰਤਰਾਲੇ ਨੇ ਸਰ ਨੋਟੀਫਾਈ ਕਰਨਾ ਸਰ। ਸੰਜੇ ਕਪੂਰ ਜੀ, ਤੁਸੀਂ ਕਹਿ ਰਹੇ ਹੋ ਐਸਜੀਪੀਸੀ ਦੱਸ ਸਕਦੀ ਹੈ, ਨੋਟੀਫਾਈ ਕਰਨਾ ਹੁੰਦਾ ਹੈ, ਬਟ ਇੱਕ ਗੱਲ ਦਾ ਧਿਆਨ ਰੱਖਣਾ ਕਿ ਉਹਦੇ ਲਈ ਪਹਿਲੇ ਲੈਟਰ ਐਸਜੀਪੀਸੀ ਵੱਲੋਂ ਜਾਣੀ ਚਾਹੀਦੀ ਹੈ ਕਿ ਆਪਾਂ ਇਸ ਡੇਟ ਨੂੰ ਚੋਣਾਂ ਕਰਾਉਣਾ ਚਾਹੁੰਦੇ ਹੈਗੀਆਂ। ਫਿਰ ਉਹਦੇ ਬਾਅਦ ਗ੍ਰਹਿ ਮੰਤਰਾਲੇ ਨੇ ਉਹਦੀ ਨੋਟੀਫਿਕੇਸ਼ਨ ਕੱਢਣੀ ਹੁੰਦੀ ਹੈ। ਪਹਿਲੇ ਤੇ ਚਲੋ ਸੰਜੇ ਕਪੂਰ ਜੀ, ਲੋਕ ਪਤਾ ਕੀ ਸੋਚਦੇ, ਮੈਂ ਲੋਕਾਂ ਦੀ ਰਾਏ ਦੱਸਦਾ ਸਰ, ਮੈਂ ਤਾਂ ਰੋਕਣਾ ਨਹੀਂ ਚਾਹ ਰਿਹਾ ਹੈਗਾ। ਸੰਜੇ ਕਪੂਰ ਜੀ, ਐਂ ਲੱਗਦਾ ਕਿ ਅਕਾਲੀ ਦਲ ਬੀਜੇਪੀ ਫ੍ਰੈਂਡਲੀ ਮੈਚ ਖੇਡਦੇ ਪਏ ਚੋਣਾਂ ਦੇ ਮਾਮਲੇ 'ਚ। ਦੇਖੋ, ਫਿਰ ਉਹੀਓ ਗੱਲ ਹੈ, ਮੈਂ ਤੇ ਤੁਹਾਨੂੰ ਸਾਫ਼-ਸਾਫ਼ ਗੱਲ ਕਹਿਣਾ ਪਿਆ ਵਾਂ ਕਿ ਇਹ ਤੇ ਐਸਜੀਪੀਸੀ ਕਲੀਅਰ ਕਰੇ ਨਾ ਕਿ ਉਹਨਾਂ ਨੇ ਚੋਣਾਂ ਕਰਾਉਣ ਲਈ ਗ੍ਰਹਿ ਮੰਤਰਾਲੇ ਨੂੰ ਕਦੋਂ ਲਿਖਿਆ ਹੈਗਾ। ਚਲੋ, ਜੇ ਉਹਨਾਂ ਨੇ ਕੇਪੀਜੀ ਫ੍ਰੈਂਡਲੀ ਮੈਚ ਕਿੱਥੇ ਹੈ? ਸਾਡੇ ਤਾਂ ਇੰਨੇ ਮਜ਼ਬੂਤ ਕੈਂਡੀਡੇਟ ਬੀਬੀ ਜਗੀਰ ਕੌਰ ਜੀ ਨੂੰ ਗੁੰਮਰਾਹ ਕਰਤਾ ਇਹਨਾਂ ਲੋਕਾਂ ਨੇ। ਇਹ ਫ੍ਰੈਂਡਲੀ ਹੋ ਗਿਆ। ਭਾਰਤੀ ਜਨਤਾ ਪਾਰਟੀ ਦੇ ਪ੍ਰਵਕਤਾ ਹੋਣ ਦੇ ਨਾਤੇ ਕਿ ਐਸਜੀਪੀਸੀ ਦੇ ਮੈਟਰ ਦੇ ਵਿੱਚ ਇੰਟਰਫੇਅਰ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਕੋਈ ਇੱਛਾ ਨਹੀਂ ਕੀ। ਚਲੋ ਸੰਜੇ ਕਪੂਰ ਜੀ, ਤੁਸੀਂ ਇਦਾਂ ਕਰੋ। ਸੰਜੇ ਕਪੂਰ ਜੀ, ਆਪਾਂ ਇੱਕ ਰਾਹ ਤਿਆਰ ਕਰਦੇ। ਸੰਜੇ ਕਪੂਰ ਜੀ, ਆਪਾਂ ਜੋ ਨਾ ਡਿਬੇਟ ਕਿਸੇ ਨਤੀਜੇ ਤੇ ਪਹੁੰਚੇ। ਸੰਜੇ ਕਪੂਰ ਜੀ, ਲਾਲਪੁਰਾ ਹਰਾਂ ਦੀ ਇੱਕ ਤਸਵੀਰ ਲੱਗ ਗਈ ਸੀ ਗਲਤ ਥਾਂ ਤੇ, ਇੱਕੋ ਦਮ ਕਾਨੂੰਨੀ ਨੋਟਿਸ ਆ ਗਿਆ ਸੀਗਾ। ਲਾਲਪੁਰਾ ਸਾਹਿਬ ਦਾ ਨਾਮ ਆ ਗਿਆ, ਹੁਣ ਕਾਨੂੰਨੀ ਨੋਟਿਸ ਦਿਓਗੇ ਜਿਹਨੇ ਨਾਮ ਲਿਆ? ਦੇਖੋ, ਇਹ ਤੇ ਹੁਣ ਪਾਰਟੀ ਬੈਠ ਕੇ ਡਿਸਾਈਡ ਕਰੇਗੀ ਨਾ। ਦੇਖੋ, ਨਾਮ ਤੇ ਬੈਠ ਕੇ ਮੈਂ ਤੇ ਤੁਹਾਨੂੰ ਦੱਸਿਆ ਨਾ ਕਿ ਰੋਜ਼ ਕੋਈ ਵੀ ਗੱਲ ਹੁੰਦੀ ਹੈ ਨਾ, ਉਹਦਾ ਸਿੱਧਾ ਐਲੀਗੇਸ਼ਨ ਭਾਰਤੀ ਜਨਤਾ ਪਾਰਟੀ ਤੇ ਲਗਾ ਦਿੱਤਾ ਜਾਂਦਾ। ਚਲੋ ਠੀਕ। ਹੁਣ ਲਾਲਪੁਰਾ ਸਾਹਿਬ ਡਿਸਾਈਡ ਕਰਨਗੇ ਕਿ ਉਹਨਾਂ ਦਾ ਨਾਮ ਜੇ ਘਸੀਟਿਆ ਜਾ ਰਿਹਾ ਤਾਂ ਉਹਨਾਂ ਨੇ ਕੀ ਐਕਸ਼ਨ ਲੈਣਾ ਹੈਗਾ। ਚਲੋ, ਹਾਂ ਮਿਸਟਰ ਮਾਨ ਬੋਲੋ। ਇੱਕ ਤਾਂ ਵੀ ਡਾਕਟਰ ਸਾਹਿਬਾ ਨੇ ਕਿਹਾ ਕਿ ਅਸੀਂ ਚਿੰਤਿਤ ਨਹੀਂ ਹੈਗੇ ਬੰਦੀ ਸਿੰਘਾਂ ਦੀ ਰਿਹਾਈ 'ਚ। ਸਰ ਇਹ ਪਲੀਜ਼ ਆਪ ਇਸ ਤੇ ਨਾ ਕਰੀਏ। ਮੈਨੂੰ ਜਵਾਬ ਦੇ ਲੈਣ ਨਾ ਪਲੀਜ਼, ਨਹੀਂ ਮਾਨ ਸਾਹਿਬ ਨਹੀਂ, ਮਾਨ ਸਾਹਿਬ ਪਲੀਜ਼ ਮੇਰੀ ਰਿਕੁਐਸਟ ਹੈ ਸਰ। ਡਾਕਟਰ ਖਾਲਿਦ, ਡਾਕਟਰ ਮੈਂ ਵਾਪਸ ਆ ਜਾਊਂਗਾ ਮਿਸਟਰ ਮਾਨ। ਡਾਕਟਰ ਖਾਲਿਦ, ਬੀਜੇਪੀ ਕੋਈ ਕਾਰਵਾਈ ਵੀ ਨਹੀਂ ਕਰਨਾ ਚਾਹੁੰਦੀ, ਇਹਦਾ ਮਤਲਬ ਕੀ ਹੈ? ਖਾਲਿਦ ਸਾਹਿਬ, ਮੈਨੂੰ ਸਰ ਸਮਝ ਨਹੀਂ ਆ ਰਿਹਾ। ਮੈਂ ਬਹੁਤ ਸੁਹਿਰਦ ਗੈਸਟ ਬੈਠੇ ਹੋ ਤੁਸੀਂ ਸਾਰੇ, ਮੈਨੂੰ ਸਮਝ ਨਹੀਂ ਆ ਰਿਹਾ ਵੀ ਕਹਾਣੀ ਅਸਲ 'ਚ ਹੈ ਕੀ ਹੈ, ਪੇਜ ਕਿੱਥੇ ਫਸਿਆ, ਕਿਉਂਕਿ ਮੈਂ ਤਾਂ ਕਹਾਣੀ ਸਮਝਣਾ ਚਾਹੁੰਦਾ, ਤਾਕਤ ਹੈ ਕੀ ਹੈ ਪੂਰੀ। ਦੇਖੋ, ਗੱਲ ਇਹ ਹੈਗੀ ਹੈ ਕਿ ਅਗਰ ਇੰਨਾ ਚਿਰ ਤੋਂ ਇਲੈਕਸ਼ਨ ਨਹੀਂ ਹੋਇਆ, ਜਿਹੜਾ ਐਕਟ ਹੈ 1925 ਦਾ, ਉਹ ਕਲੀਅਰਲੀ ਕਹਿੰਦਾ ਹੈ ਕਿ ਦੈਟ ਇਜ਼ ਦਾ ਪ੍ਰੈਰੋਗੇਟਿਵ ਆਫ ਦਾ ਸੈਂਟਰ ਇਲੈਕਸ਼ਨ ਡਿਕਲੇਅਰ ਕਰਨਾ। ਤੇ ਇਲੈਕਸ਼ਨ ਜਿਹੜਾ ਹੈਗਾ ਉਹ ਡਿਕਲੇਅਰ ਨਹੀਂ ਕੀਤਾ ਜਾ ਰਿਹਾ, देयर मस्ट बी पॉलिटिक्स ਬਿਹਾਈਂਡ। ਨਹੀਂ, ਇਹ ਤਾਂ ਕਹਿ ਰਹੇ ਆ ਸੰਜੇ ਕਪੂਰ ਜੀ, ਕਹਿ ਰਹੇ ਐਸਜੀਪੀਸੀ ਲਿਖ ਕੇ ਦੇਵੇ ਫੇਰ ਹੀ ਅਸੀਂ ਕਰਾਂਗੇ ਨਾ, ਅਸੀਂ ਕਿਵੇਂ ਕਰ ਸਕਦੇ? ਐਕਟ ਮੇਰੇ ਸਾਹਮਣੇ ਹੈ ਜੀ। ਉਹਦੇ ਚ ਕੀ ਹੋਇਆ ਕਿ ਸੈਂਟਰ ਦਾ ਪ੍ਰੈਰੋਗੇਟਿਵ ਹੈ। ਹੁਣ ਗੱਲ ਇਹ ਹੈਗਾ ਕਿ ਅਗਰ ਪ੍ਰੈਰੋਗੇਟਿਵ ਹੈ ਤਾਂ ਪ੍ਰੈਰੋਗੇਟਿਵ ਇਸਤੇਮਾਲ ਕਿਉਂ ਨਹੀਂ ਕੀਤਾ ਜਾ ਰਿਹਾ, ਜਾਂ ਇਸਤੇਮਾਲ ਕਰਨਾ ਉਸ ਵੇਲੇ ਕਰਨਾ ਜਿਸ ਵੇਲੇ ਉਹ ਕੰਡਿਊਸਿਵ ਹੋਊਗਾ ਸਾਡੇ ਵਾਸਤੇ। ਇਹ ਚੀਜ਼ ਜਿਹੜੀ ਹੈਗੀ ਆ, ਇਹ ਤਾਂ ਕੇਂਦਰ ਸਰਕਾਰ ਹੀ ਜਾਂ ਕੇਂਦਰ ਦੇ ਵਿੱਚ ਜਿਹੜਾ ਹੋਮ ਮਿਨਿਸਟਰੀ ਆ ਉਹੀ ਜਵਾਬ ਦੇ ਸਕਦੀ ਹੈ। ਸਰ ਇੱਕ ਸਵਾਲ ਹੋਰ ਕਰਾਂ ਡਾਕਟਰ ਖਾਲਿਦ, ਜੇ ਤੁਸੀਂ ਇਜਾਜ਼ਤ ਦਿਓ ਤਾਂ। ਡਾਕਟਰ ਖਾਲਿਦ, ਜਿਵੇਂ ਜਗੀਰ ਕੌਰ ਨੂੰ ਉਹਨਾਂ ਨੇ ਇੱਕ ਕਮਜ਼ੋਰ ਕੜੀ ਵੱਲੋਂ ਲੱਭ ਲਿਆ, ਕੀ ਕੋਈ ਹੋਰ ਵੀ ਨਿਸ਼ਾਨੇ ਤੇ ਹੋਊਗਾ ਕਿ ਇੱਕ ਹੋਰ ਕੜੀ ਲੱਭ ਲਈ ਜਾਵੇ ਤਾਂ ਫਿਰ ਇੱਕ ਧੜਾ ਤਿਆਰ ਕੀਤਾ ਜਾਵੇ, ਉਸ ਤੋਂ ਬਾਅਦ ਦੇਖਾਂਗੇ ਅਨਾਉਂਸ ਕਦੋਂ ਕਰਨਾ ਤੇ ਕੀ ਕਰਨਾ? ਨਹੀਂ, ਉਹਦਾ ਤਾਂ ਅੱਜ ਕੱਲ ਇੱਕ ਸੈੱਟ ਪ੍ਰੈਕਟਿਸ ਚੱਲ ਪਈ ਹੈ। ਆਪਣੇ ਕਿਸੇ ਬੰਦੇ ਤੋਂ ਜਿਹੜਾ ਮਾਈਨੋਰਿਟੀ ਨਾਲ ਬੰਦਾ ਹੋਵੇ ਜੁੜਿਆ ਹੋਇਆ, ਉਹ ਤੋਂ ਕੋਰਟ 'ਚ ਕੇਸ ਕਰਵਾ ਦਿਓ, ਉਹਦੇ ਵਿੱਚ ਕੇਸ ਦੇ ਵਿੱਚ ਉਲਝਾ ਲਿਓ। ਆਪਾਂ ਸੈਂਕੜੇ ਕੇਸ ਦੇਖ ਸਕਦੇ ਹਾਂ। ਇਸੇ ਤਰੀਕੇ ਦੇ ਨਾਲ ਆਪਾਂ ਇਹ ਦੇਖ ਰਹੇ ਹਾਂ, ਉਹ ਇਹ ਦੇਖਦਾ ਕੋਈ ਵੀ ਬੰਦਾ, ਦੇਖੋ ਕੋਈ ਵੀ ਪਾਵਰਫੁਲ ਧੜਾ ਹੈ, ਉਹ ਆਪਣੀ ਪਾਵਰ ਐਕਸਟੈਂਡ ਕਰਨਾ ਚਾਹੁੰਦਾ ਹੈ। ਸਾਡਾ ਅਸੂਲ ਹੈ, ਅਸੀਂ ਪੜਾਉਂਦੇ ਹਾਂ ਕਲਾਸਾਂ ਦੇ ਵਿੱਚ, ਉਹ ਡੈਫੀਨੇਟਲੀ ਕਮਜ਼ੋਰ ਕੜੀ ਲੱਭੇਗਾ। ਅਗਰ ਉਹਨੇ ਦੇਖਿਆ ਵੀ ਇਹਦੀ ਮਹੱਤਵਕਾਂਖਸ਼ਾ ਹੈਗੀ ਹੈ ਕਿ ਇਹ ਪ੍ਰੈਜ਼ੀਡੈਂਟ ਬਣਨਾ ਚਾਹੁੰਦੀ ਹੈ ਤੇ ਇਸਤੇਮਾਲ ਹੋ ਸਕਦੀ ਹੈ, ਕਿਉਂ ਨਹੀਂ ਇਸਤੇਮਾਲ ਕਰਨਗੇ? ਮੈਂ ਪਹਿਲਾਂ ਇਹ ਗੱਲ ਕਹੀ ਹੈ ਕਿ ਪਹਿਲਾਂ ਤਾਂ ਕੁਐਸਚਨ ਮਾਰਕ ਉਹਦੇ ਤੇ ਹੈ ਜਿਹੜਾ ਬੰਦਾ ਖੁਦ ਇਸਤੇਮਾਲ ਹੋਣ ਵਾਸਤੇ ਤਿਆਰ ਹੈ। ਚਲੋ, ਅਗਰ ਇਸਤੇਮਾਲ ਹੋਣ ਵਾਸਤੇ ਤਿਆਰ ਹੀ ਨਾ ਤਾਂ ਨੈਚੁਰਲੀ ਕੋਈ ਨਹੀਂ ਐਂਟਰ ਕਰ ਸਕਦਾ ਤੁਹਾਡੇ ਦੇ ਵਿੱਚ। ਚਲੋ ਕਿਤੇ ਦੇ ਵਿੱਚ ਕੋਈ ਨਹੀਂ ਸੇਧ ਲਾ ਸਕਦਾ। ਠੀਕ ਹੈ, ਮੈਂ ਇੱਕ ਹੋਰ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਜਦੋਂ ਕੋਈ ਖੜਾ ਹੁੰਦਾ ਹੈ ਕਿ
ਮੈਨੂੰ ਆ ਉਹਦਾ ਮਿਲ ਜਾਵੇ, ਫਿਰ ਉਦੋਂ ਸਾਹਮਣੇ ਉਹ ਵੀ ਤਿਆਰ ਹੁੰਦੇ ਆ ਜਿਹੜੇ ਕਹਿੰਦੇ ਤੁਹਾਨੂੰ ਉਹਦਾ ਦਬਾ ਦੇਵਾਂਗੇ। ਵਾਪਸ ਆ ਰਿਹਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਵੱਡਾ ਸਵਾਲ ਤੁਹਾਡੇ ਸਾਹਮਣੇ ਹੈ। ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਬਗਾਵਤ ਪਿੱਛੇ ਅਸਲ 'ਚ ਕਿਹੜੀ ਤਾਕਤ ਹੈ? ਮੈਡਮ ਸੋਲ ਜਦੋਂ ਕੰਧਾਂ ਕਮਜ਼ੋਰ ਹੋਣ ਨਾ, ਉਦੋਂ ਗਵਾਂਢੀ ਹੋਣ ਚਾਹੇ ਵਿਰੋਧੀ ਹੋਣ, ਫਿਰ ਉਹ ਚੀਥਾਂ 'ਚੋਂ ਦੇਖਦੇ ਆ ਅਸਲ 'ਚ ਕਹਾਣੀ ਹੈ ਕਿੱਥੇ ਹੈ। ਕੀ ਅਕਾਲੀ ਦਲ ਸੋਚਦਾ ਪਿਆ ਕਿ ਤੁਸੀਂ ਡੀਪ ਕ੍ਰਾਈਸਿਸ 'ਚੋਂ, ਜਾਂ ਤੁਸੀਂ ਹਜੇ ਵੀ ਸਿਰਫ ਇਹੀ ਸੋਚਦੇ ਪਏ ਹੋ ਕਿ ਮਿਸਟਰ ਬਾਦਲ ਦੀ ਕੁਰਸੀ ਕਿਵੇਂ ਬਚੀ ਰਹੇ? ਵੱਡੇ ਚੈਲੰਜਸ ਤੋਂ ਹਮੇਸ਼ਾ ਬਾਹਰ ਆਇਆ, ਫੇਸ ਕੀਤਾ ਹੈ ਅਕਾਲੀ ਦਲ ਨੇ। ਤੇ ਸਾਨੂੰ ਇੰਨਾ ਪਤਾ ਹੈ ਕਿ ਜੇਕਰ ਅਸੀਂ ਕੁਝ ਸਾਡੇ ਤੇ ਇਸ ਵਕਤ ਪਾਰਟੀ ਅਗਰ ਕਿਸੇ ਵੀ ਸਿਚੁਏਸ਼ਨ 'ਚ ਹੈ ਤੇ ਪਾਰਟੀ ਦਾ ਇੱਥੇ ਇੱਕ ਇੱਕ ਵਰਕਰ, ਇੱਕ ਇੱਕ ਇਮਾਨਦਾਰ ਸਿਪਾਹੀ ਬਹੁਤ ਹੀ ਹੌਸਲੇ ਬੁਲੰਦ ਰੱਖ ਕੇ ਬੈਠਾ ਹੋਇਆ, ਤੇ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਚੜ੍ਹਦੀ ਕਲਾ 'ਚ ਵਾਪਸ ਆਏਗਾ। ਐਸੀ ਕੋਈ ਗੱਲ ਨਹੀਂ ਹੈ। ਨਹੀਂ, ਤੁਸੀਂ ਐਡਮਿਟ ਕਰਦੇ ਹੋ ਕਿ ਅਕਾਲੀ ਦਲ ਡੀਪ ਕ੍ਰਾਈਸਿਸ 'ਚ ਇਸ ਵਕਤ? ਨਹੀਂ, ਡੀਪ ਕ੍ਰਾਈਸਿਸ ਨਹੀਂ ਕਹਿ ਸਕਦੇ। ਦੇਖੋ ਜੀ, ਹਾਰ ਜਿੱਤ ਬਣੀ ਹੈ ਅਕਾਲੀ ਦਲ ਤੇ ਬੜੀ ਵਾਰੀ ਇਦਾਂ ਦੇ ਸਮਾਂ ਆਇਆ ਹੈ ਜਦੋਂ ਕਿ ਸਾਨੂੰ ਚੈਲੰਜਸ ਫੇਸ ਕਰਨੇ ਪਏ ਆ, ਕੀਤੇ ਅਕਾਲੀ ਦਲ ਨੇ। ਨਹੀਂ, ਤੁਹਾਨੂੰ ਇਹ ਲੱਗਦਾ ਮੈਡਮ ਸੋਲ ਤੁਹਾਨੂੰ ਇਹ ਲੱਗਦਾ ਕਿ ਇਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਰਿਵੋਲਟ ਹੈ? ਦੇਖੋ ਜੀ, ਇਹ ਤਾਂ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਜੋ ਜਿੰਨੀ ਹੈ ਰਚੀ ਗਈ ਜੋ ਸਾਜ਼ਿਸ਼ ਹੈ, ਮੈਂ ਤਾਂ ਸਪਸ਼ਟ ਲਫ਼ਜ਼ਾਂ 'ਚ ਕਹਿ ਰਹੀ ਹਾਂ ਕਿ ਇਹ ਬੀਜੇਪੀ ਨੇ ਇੱਕ ਕਮਜ਼ੋਰ ਕੜੀ ਲੱਭੀ ਹੈ ਕਿ ਅਸੀਂ ਇਹਨਾਂ ਦੀ ਦੁੱਖ ਦੀ ਰਗ ਦੇਖੀਏ ਕਿੱਥੇ ਹੈ। ਇਹ ਮੈਡਮ ਸੋਲ ਕਮਜ਼ੋਰ ਕੜੀ ਤਾਂ ਚਲੋ ਆਪਾਂ ਡਿਬੇਟ ਕਰੀ ਜਾਂਦੇ ਆ, ਪਰ ਜਗੀਰ ਕੌਰ ਕਮਜ਼ੋਰ ਕੜੀ ਨਹੀਂ ਸੀ, ਬਾਦਲ ਸਾਹਿਬ ਦੇ ਸਭ ਤੋਂ ਵਿਸ਼ਵਾਸ ਪਾਤਰਾਂ 'ਚੋਂ ਇੱਕ ਹੈ ਹੈਗੇ ਸੀ ਜੀ। ਲੇਕਿਨ ਉਹਨਾਂ ਨੂੰ ਕੇਪੀ ਜੀ ਗੁੰਮਰਾਹ ਕੀਤਾ ਗਿਆ ਹੈ ਕਿਉਂਕਿ ਬੀਬੀ ਜੀ ਦੀ ਬੱਚੇ ਹੈ ਮੈਡਮ ਸੋਲ, ਉਹ ਬੱਚੇ ਹੈ, ਗੁੰਮਰਾਹ ਹੋ ਜਾਣਗੇ। ਕਮਾਲ ਕਰਦੇ ਹੋ ਤੁਸੀਂ। ਨਹੀਂ, ਬੱਚੇ ਤਾਂ ਨਹੀਂ ਹੈ, ਬਟ ਸਮ ਟਾਈਮ ਇਦਾਂ ਹੁੰਦਾ ਕਿ ਜਦ ਕੋਈ ਉਹਨਾਂ ਦੀ ਜੋ ਕੁਝ ਨਾ ਕੁਝ ਤਾਂ ਬੀਜੇਪੀ ਨੇ ਦੇਖਿਆ। ਦੇਖੋ ਨਹੀਂ, ਫਿਰ ਜੇ ਚਾਰ ਵਾਰੀ ਪ੍ਰਧਾਨ ਰਹੇ, ਉਦੋਂ ਵੀ ਕੋਈ ਨਾ ਕੋਈ ਗੁੰਮਰਾਹ ਕਰ ਗਿਆ ਹੋਊਗਾ, ਫਿਰ ਕੋਈ ਇਹੋ ਜਿਹਾ ਫੈਸਲਾ ਲੈ ਲਿਆ ਹੋਣਾ। ਦੇਖੋ ਜੀ, ਬੀਬੀ ਜੀ ਦੇ ਜਿਹੜੇ ਕਹੇ ਹੋਏ ਲਫ਼ਜ਼ ਸੀ, ਜਿਵੇਂ ਉਹਨਾਂ ਨੇ ਪਿੱਛੇ ਕਿਹਾ ਕਿ ਲਿਫਾਫੇ 'ਚੋਂ ਪ੍ਰਧਾਨ ਕੱਢੇ ਜਾਂਦੇ ਨੇ, ਤੇ ਬੀਬੀ ਜੀ ਆਪ ਵੀ 4 ਵਾਰੀ ਉਸੇ ਹੀ ਪ੍ਰਤੀਕਿਰਿਆ ਦਾ ਹਿੱਸਾ ਰਹੇ ਨੇ। ਬੀਬੀ ਜੀ ਦੇ ਹੱਥੋਂ ਬੜੀ ਵਾਰੀ ਪ੍ਰਧਾਨਾਂ ਨੂੰ ਅਨਾਉਂਸ ਵੀ ਕਰਵਾਇਆ ਗਿਆ ਹੈ। ਤੇ ਜੋ ਇਹ ਬੀਬੀ ਜੀ ਦੀ ਗੱਲਾਂ ਕਹਿਣੀਆਂ, ਇਹਦੇ ਪਿੱਛੇ ਬੀਜੇਪੀ ਦਾ ਹੱਥ ਹੈ। ਚਲੋ ਤੁਸੀਂ ਸਿੱਧਾ ਕਹਿ ਦਿਓ ਨਾ, ਬੀਬੀ ਜਗੀਰ ਕੌਰ ਵੀ ਲਿਫਾਫੇ 'ਚੋਂ ਹੀ ਨਿਕਲਦੇ ਰਹੇ, ਕਹਿ ਸਕਦੇ ਹੋ? ਉਹਦੀ ਗੱਲ ਤੇ ਅਗਰ ਮੈਂ ਤਾਂ ਲਿਫਾਫਾ ਸ਼ਬਦ ਇੱਥੇ ਫਿੱਟ ਸਮਝਦੀ ਨਹੀਂ ਹੈ ਕਿ ਲਿਫਾਫਾ ਸ਼ਬਦ ਹੈ ਹੀ ਨਹੀਂ, ਕਿਉਂਕਿ ਇਹ ਕਲੈਕਟਿਵ ਜੋ ਡਿਸੀਜਨ ਲਿਆ ਜਾਂਦਾ ਹੈ ਸਾਰੇ ਮੈਂਬਰ ਸਹਿਬਾਨ ਦੀ ਮਰਜ਼ੀ ਦੇ ਨਾਲ। ਚਲੋ ਸੰਜੇ ਕਪੂਰ ਜੀ, ਸ਼੍ਰੋਮਣੀ ਕਮੇਟੀ ਦੇ ਵਿੱਚ ਜਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਇੰਟਰਨਲ ਡੈਮੋਕ੍ਰੇਸੀ ਹੈ ਜਾਂ ਨਹੀਂ? ਬੀਜੇਪੀ ਦਾ ਟਿਕ ਦੇਖੋ ਜੀ, ਉਹ ਅਕਾਲੀ ਦਲ ਦੇ ਪ੍ਰਵਕਤਾ ਜ਼ਿਆਦਾ ਬੈਟਰ ਦੱਸ ਸਕਦੇ ਆ ਕਿ ਇੰਟਰਨਲ ਡੈਮੋਕ੍ਰੇਸੀ ਹੈ ਜਾਂ ਨਹੀਂ ਹੈ। ਪਰ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਹਾਂ, ਸਭ ਨੂੰ ਪਤਾ ਹੈ ਪੰਜਾਬ ਦੇ ਵਿੱਚ ਕਿ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਤੇ ਕੰਟਰੋਲ ਕਿਹਦਾ ਚੱਲ ਰਿਹਾ ਹੈ। ਬਾਦਲ ਸਾਹਿਬ ਇੱਕ ਬੜੇ ਰਿਸਪੈਕਟੇਬਲ ਲੀਡਰ ਹੈ, ਬਟ ਹੁਣ ਪਤਾ ਕੀ ਹੈ ਕਿ ਡੇ ਬਾਏ ਡੇ ਜਿਹੜੀ ਪੋਲਿਟਿਕਸ ਹੈ ਨਾ, ਉਹ ਆਪਣਾ ਇੱਕ ਰੂਪ ਬਦਲਦੀ ਪਈ ਹੈ। ਇਸ ਵਾਰੀ ਤੁਸੀਂ ਪੰਜਾਬ ਦੇ ਵਿੱਚ ਦੇਖਿਆ ਕਿ ਆਮ ਆਦਮੀ ਪਾਰਟੀ ਇੱਕ ਬੜੀ ਵੱਡੀ ਪਾਰਟੀ ਉਭਰ ਕੇ ਆਈ ਔਰ ਸਾਰੀ ਪਾਰਟੀਆਂ ਨੂੰ ਲੋਕਾਂ ਨੇ ਨਕਾਰ ਕੇ ਆਮ ਆਦਮੀ ਪਾਰਟੀ ਨਹੀਂ। ਸੰਜੇ ਕਪੂਰ ਜੀ, ਪਤਾ ਨਹੀਂ ਕਿਉਂ ਕੀ ਚੱਕਰ ਹੈ, ਜਾਂ ਤੁਹਾਨੂੰ ਕੋਈ ਗਾਈਡਲਾਈਨਸ ਹੈ ਵੀ ਪੂਰੀ ਡਿਬੇਟ ਆਮ ਆਦਮੀ ਪਾਰਟੀ ਵਰਸਸ ਬੀਜੇਪੀ ਕਰ ਦਿਓ, ਨਾ ਕਿਸੇ ਹੋਰ ਪਾਰਟੀ ਦਾ ਨਾਮ ਹੀ ਨਾ ਆਵੇ, ਪੂਰੇ ਦੇਸ਼ ਵਿੱਚ ਤੁਸੀਂ ਇਹ ਡਿਬੇਟ ਖੜੇ ਕਰਨੀ ਚਾਹ ਰਹੇ ਹੋ? ਸੰਜੇ ਕਪੂਰ ਜੀ, ਵਜ੍ਹਾ ਕੀ ਹੈ ਸਰ? ਕੇਪੀ ਸਿੰਘ ਜੀ, ਤੁਸੀਂ ਗੱਲ ਤੇ ਪੂਰੀ ਕਰਨ ਨਹੀਂ ਦਿੰਦੇ। ਪਹਿਲੇ ਕਰੋ ਸਰ, ਤੁਸੀਂ ਗੱਲ ਕਰਨ ਲਈ ਆਏ ਹੋ, ਕਰੋ ਸਰ। ਗੱਲ ਤੇ ਪੂਰੀ ਕਰਨ ਦਿਓ ਨਾ। ਹਾਂ, ਬੋਲੋ। ਮੈਂ ਕਹਿਣਾ ਚਾਹ ਰਿਹਾ ਸੀ ਕਿ ਅੱਜ ਪੰਜਾਬ 'ਚ ਲੋਕਾਂ ਨੇ ਦੇਖਿਆ ਹੈ ਕਿ ਲੋਕਾਂ ਨੇ ਸਾਰੀ ਰਿਵਾਇਤੀ ਪਾਰਟੀਆਂ, ਜਿਹੜੀ ਫੈਮਿਲੀ ਪਾਰਟੀ, ਉਹਨਾਂ ਨੂੰ ਨਕਾਰ ਕੇ ਆਮ ਆਦਮੀ ਪਾਰਟੀ ਨੂੰ ਚੁਣ ਲਿੱਤਾ। ਉਹ ਕਿਉਂ ਚੁਣਿਆ? ਕਿ ਲੋਕ ਐਕਚੁਅਲੀ ਪੰਜਾਬ ਦੇ ਵਿੱਚ ਤੰਗ ਆਏ ਹੋਏ ਸੀ ਇੱਕ ਫੈਮਿਲੀ ਪੋਲਿਟਿਕਸ ਕੋਲੋਂ। ਤਾਂ ਮੈਂ ਸਮਝਦਾ ਵਾ ਕਿ ਇੰਟਰਨਲ ਡੈਮੋਕ੍ਰੇਸੀ ਅਕਾਲੀ ਦਲ ਦੇ ਵਿੱਚ ਮੈਨੂੰ ਤੇ ਲੱਗਦਾ ਇੰਡੀਵਿਜੂਅਲੀ ਕਮੀ ਹੀ ਹੈ। ਇਸ ਕਾਰਨ ਹੀ ਲੋਕਾਂ ਨੇ 2 ਵਾਰੀ ਅਕਾਲੀ ਦਲ ਨੂੰ ਟੋਟਲੀ ਬੁਰੀ ਤਰ੍ਹਾਂ ਨਕਾਰਿਆ ਹੈਗਾ। ਔਰ ਅੱਜ ਅਕਾਲੀ ਦਲ ਬੜੀ ਵੀਕ ਸਿਚੁਏਸ਼ਨ ਤੇ ਹੈ, ਇਸ ਗੱਲ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ। ਚਲੋ, ਖੁਸ਼ਪਾਲ ਸਿੰਘ ਮਾਨ, ਠੀਕ ਹੈ ਸੰਜੇ ਕਪੂਰ ਜੀ। ਖੁਸ਼ਪਾਲ ਸਿੰਘ ਮਾਨ, ਇੱਕ ਸਵਾਲ ਬੜਾ ਇੰਪੋਰਟੈਂਟ ਹੈਗਾ। ਮਨਿਓਰਟੀ ਦਾ ਜਿਹੜਾ ਸਾਰਾ ਕੁਨਬਾ ਮਨਿਓਰਟੀ ਦੇ ਜ਼ਰੀਏ ਹਿਲਾਇਆ ਜਾ ਰਿਹਾ। ਜੇ ਤੁਸੀਂ ਦਿੱਲੀ ਕਮੇਟੀ ਦੀ ਗੱਲ ਕਰੋ, ਉੱਥੇ ਵੀ ਮਨਿਓਰਟੀ ਦੇ ਜ਼ਰੀਏ ਹਿਲਾਇਆ ਗਿਆ। ਜੇ ਤੁਸੀਂ ਹਰਿਆਣੇ ਦੀ ਗੱਲ ਕਰੋ, ਉੱਥੇ ਵੀ ਮਨਿਓਰਟੀ ਜ਼ਰੀਏ ਹਿਲਾਇਆ ਗਿਆ। ਇਹ ਜਿਹੜੇ ਟੈਕਟਿਕਸ ਹੈਗੇ ਆ, ਮੈਨੂੰ ਲੱਗਦਾ ਜਿਹੜੀਆਂ ਪੰਥਕ ਧਿਰਾਂ ਹੈਗੀਆਂ ਉਹ ਜਾਂ ਤਾਂ ਸਮਝ ਨਹੀਂ ਪਾ ਰਹੀਆਂ, ਜੇ ਸਮਝ ਗਈਆਂ ਤਾਂ ਰਿਐਕਟ ਕਰ ਨਹੀਂ ਪਾ ਰਹੀਆਂ, ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਦੇ ਕਿਲੇ ਕਮਜ਼ੋਰ ਹੋ ਰਿਹਾ। ਮਿਸਟਰ ਮਾਨ, ਤੁਸੀਂ ਐਡਮਿਟ ਕਰਦੇ ਹੋ ਕਿ ਨਹੀਂ? ਬਿਲਕੁਲ ਜੀ, ਕਮਜ਼ੋਰ ਹੋ ਰਹੇ ਹੈ। ਪ੍ਰੋਬਲਮ ਇਹ ਹੈ ਕਿ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਹੜਾ, ਇਹਦੇ 'ਚ ਕਈ ਸੁਹਿਰਦ ਲੋਕ ਹੈਗੇ ਨੇ
ਬਟ ਇਹ ਜਿਹੜਾ ਇੱਕ ਪਰਿਵਾਰ ਦੀ ਗੁਲਾਮੀ 'ਚ ਫਸੇ ਹੋਏ ਨੇ, ਉਹ ਸਾਰੀ ਕੌਮ ਨੂੰ ਥੱਲੇ ਲੈ ਕੇ ਜਾ ਰਹੇ ਨੇ। ਜੇ ਇਹਨਾਂ ਨੇ ਰਿਵਾਈਵ ਕਰਨਾ ਹੈਗਾ ਕੁਛ ਮਾਣੇ ਇਹ ਤਾਂ ਸੇਮ ਥਿੰਗ ਹੈ ਨਾ। ਇੱਥੇ ਬਾਦਲ ਪ੍ਰਧਾਨ ਹੈ ਕਿੰਨੇ ਸਾਲਾਂ ਤੋਂ, ਉੱਥੇ ਮਿਸਟਰ ਮਾਨ ਪ੍ਰਧਾਨ ਹੈ ਕਿੰਨੇ ਸਾਲਾਂ ਤੋਂ। ਨਹੀਂ, ਮਿਸਟਰ ਮਾਨ ਪ੍ਰਧਾਨ ਨੇ, ਪਰ ਮਿਸਟਰ ਮਾਨ ਨੇ ਆਹ ਕੁਛ ਤਾਂ ਨਹੀਂ ਨਾ ਕੀਤਾ ਜੋ ਇਹਨਾਂ ਨੇ ਕੀਤਾ। ਉਹ ਤਾਂ ਇੱਕ ਸੰਘਰਸ਼ 'ਚ ਹੀ ਪਏ ਹੋਏ ਨੇ। ਉਹਨਾਂ ਨੇ ਕਦੀ ਕਿਸੇ ਜਿਹੜੇ ਦਿੱਲੀ ਪੰਜਾਬ ਵਿਰੋਧੀ ਤਾਕਤਾਂ ਨੇ ਉਹਨਾਂ ਨਾਲ ਜਾ ਕੇ ਹੱਥ ਤਾਂ ਨਹੀਂ ਮਿਲਾਇਆ। ਬਹੁਤ ਫਰਕ ਹੈ। ਚਲੋ ਮੈਨੂੰ ਦੱਸੋ ਮਿਸਟਰ ਮਾਨ ਮੈਨੂੰ ਦੱਸੋ, ਐਸਜੀਪੀਸੀ 'ਚ ਤੁਹਾਡੇ ਕਿੰਨੇ ਮੈਂਬਰ ਹੈਗੇ? ਕੋਈ ਸਾਡੇ ਹੈਗੇ ਨੇ ਮੇਰੇ ਖਿਆਲ 2 ਜਾਂ 3 ਮੈਂਬਰ ਨੇ। ਅੱਛਾ, ਉਹ ਬੀਬੀ ਜਗੀਰ ਕੌਰ ਨਾਲ ਜਾਣਗੇ ਜਾਂ ਤੁਸੀਂ ਇੰਡੀਪੈਂਡੈਂਟ ਰਹੋਗੇ? ਅਸੀਂ ਤਾਂ ਇੰਡੀਪੈਂਡੈਂਟ ਰਹਾਂਗੇ। ਬੀਬੀ ਨਾਲ ਜਾਈਏ ਨਾ ਬਾਦਲ ਪਰਿਵਾਰ ਦੇ ਕਿਸੇ ਹੋਰ ਬੰਦੇ ਨਾਲ ਜਾਈਏ। ਚਲੋ ਜੇ ਲੋੜ ਪੈਂਦੀ ਹੈ ਵੀ ਉੱਥੇ ਮੈਂਬਰ ਪੂਰੇ ਕਰਨੇ ਆ, ਜਗੀਰ ਕੌਰ ਨੂੰ ਪਹਿਲ ਦਵੋਗੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲ ਦਵੋਗੇ? ਸਾਡੇ ਲਈ ਦੋਨੋਂ ਅਨਟੱਚੇਬਲ, ਦੋਨੋਂ ਸ਼ੋਰ, ਬਿਕੋਜ਼ ਇਹਨਾਂ ਨੇ ਕੌਮ ਦਾ ਉਹ ਨੁਕਸਾਨ ਕੀਤਾ ਹੈ। ਹਾਂ, ਆਪਦੀਆਂ ਕੁਰਸੀਆਂ ਪਿੱਛੇ ਵੀ ਕੌਮ ਨੂੰ ਇਹ 50 ਸਾਲ ਪਿੱਛੇ ਲੈ ਗਏ। ਚਲੋ ਠੀਕ ਹੈ। ਡਾਕਟਰ ਮੁਹੰਮਦ ਖਾਲਿਦ ਹੁਣ ਇਦਾਂ ਦਾ ਸਰਨਾ ਨਹੀਂ ਨਾ ਇਹ ਕਹਿ ਕੇ ਬੀਜੇਪੀ ਇਸ ਪਿੱਛੇ ਹੈ, ਅਸੀਂ ਸਸਪੈਂਡ ਕਰਤਾ ਜੀ, 48 ਘੰਟੇ ਨੋਟਿਸ ਦਿੱਤਾ। ਅਸਲ ਵਿੱਚ ਅਕਾਲੀ ਦਲ ਨੂੰ ਕਰਨਾ ਕੀ ਪਊਗਾ? ਖਾਲਿਦ ਸਾਹਿਬ ਉਹਨਾਂ ਨੇ ਤਾਂ ਆਪਦਾ ਕੰਮ ਕਰਤਾ, ਉਹਨਾਂ ਨੇ ਜਗੀਰ ਕੌਰ ਨੂੰ ਉਸ ਰਾਹ ਤੇ ਖੜਾ ਕਰਤਾ ਜਿੱਥੇ ਜਗੀਰ ਕੌਰ ਵਾਪਸ ਨਹੀਂ ਜਾ ਸਕਦੇ। ਡਾਕਟਰ ਖਾਲਿਦ, ਜਦ ਤੱਕ ਮੈਨੂੰ ਜਾਣਕਾਰੀ ਆ, ਬਾਕੀ ਤੁਸੀਂ ਦੱਸ ਦਿਓ। ਦੇਖੋ ਗੱਲ ਇਹ ਹੈ, ਬੀਬੀ ਜਗੀਰ ਕੌਰ ਉਸ ਪੋਜੀਸ਼ਨ ਤੇ ਪਹੁੰਚ ਚੁੱਕੇ ਹੈ ਜਿਹੜਾ ਕਿਹਨੂੰ ਕਹਿੰਦੇ ਆ ਪੋਜੀਸ਼ਨ ਆਫ ਨੋ ਰਿਟਰਨ। ਕਿਉਂਕਿ ਜਦ ਤੁਸੀਂ ਓਪਨਲੀ ਮੁਖਰ ਹੋ ਕੇ ਆਪਣੀ ਕੈਂਡੀਡੇਸੀ ਅਨਾਉਂਸ ਕਰਦੇ ਹੋ ਔਰ ਪਾਰਟੀ ਦੀ ਲਾਈਨ ਤੋਂ ਹਟ ਕੇ ਅਨਾਉਂਸ ਕਰਦੇ ਹੋ ਔਰ ਉਹਦੇ ਪਰ ਅੜੇ ਹੋਏ ਹੋ, ਦੈਟ ਮੀਨਸ। ਲੇਕਿਨ ਦੂਸਰੇ ਪਾਸੇ ਇਹ ਵੀ ਹੈ ਕਿ ਜਿਹੜੇ 191 ਦੇ ਕਰੀਬ ਐਸਜੀਪੀਸੀ ਦੇ ਜਨਰਲ ਹਾਊਸ ਦੇ ਮੈਂਬਰਸ ਹੈ, ਉਹਨਾਂ ਪਰ ਵੀ ਕੱਲੇ ਦੇ ਉੱਪਰ ਕੰਮ ਹੋ ਰਿਹਾ ਹੋਣਾ ਹੈ। ਉਹਨਾਂ ਦੀਆਂ ਵੀਕਨੈਸਿਸ, ਉਹਨਾਂ ਦੀਆਂ ਸਟਰੈਂਥ, ਉਹਨਾਂ ਦੀ ਐਫੀਲੀਏਸ਼ਨ ਸਾਰੀ ਦੇਖੀ ਜਾ ਰਹੀ ਹੋਣੀ ਹੈ ਔਰ ਇਹ ਦੇਖਿਆ ਜਾ ਰਿਹਾ ਕਿਵੇਂ 86 ਬੰਦੇ ਜਿਹੜੇ ਹੈਗੇ ਆ ਅਸੀਂ ਆਪਣੇ ਵੱਲ ਕਰ ਲਈਏ ਦੋਨੇ ਤਰ੍ਹਾਂ, ਮਿਨੀਮਮ 86 ਜਿਹੜਾ ਮੈਜੋਰਿਟੀ ਹੈ। ਤਾਂ ਇਹ ਫਿਰ ਬਿਲਕੁਲ ਉਸੇ ਤਰੀਕੇ ਦੇ ਨਾਲ ਹੈ ਕੇਪੀ ਜੀ, ਜਿਵੇਂ ਅਸੈਂਬਲੀ ਹੁੰਦੀ ਹੈ, ਇੱਕ ਵਾਰ ਇਲੈਕਸ਼ਨ ਹੋ ਜਾਂਦਾ ਫਿਰ ਨੰਬਰ ਗੇਮ ਹੁੰਦੀ ਹੈ। ਨਹੀਂ, ਮੈਨੂੰ ਇਹ ਸਮਝਾਓ ਡਾਕਟਰ ਖਾਲਿਦ, ਮੈਂ ਜੋ ਸਪੋਰਟਸ ਕਰਦਾ ਸੀ ਉਹਦੇ ਵਿੱਚ ਇੱਕ ਟਰਮ ਹੁੰਦੀ ਸੀ ਮੈਨ ਟੂ ਮੈਨ ਮਾਰਕਿੰਗ। ਹੁਣ ਸੁਖਬੀਰ ਬਾਦਲ ਨੂੰ ਮੈਨ ਟੂ ਮੈਨ ਮਾਰਕਿੰਗ ਕਰਨੀ ਪੈ ਰਹੀ ਹੈ, ਤੇ ਜੇ ਸੁਖਬੀਰ ਬਾਦਲ ਮੈਨ ਟੂ ਮੈਨ ਮਾਰਕਿੰਗ ਕਰਦੇ ਪਏ ਆ, ਫਿਰ ਵਿਰੋਧੀ ਵੀ ਮੈਨ ਟੂ ਮੈਨ ਮਾਰਕਿੰਗ ਕਰਦੇ ਪਏ ਹੋਣਗੇ। ਮੈਂ ਦੱਸਦਾ, ਕਿਸੇ ਵੀ, ਮੈਂ ਖੁਦ ਇਲੈਕਸ਼ਨ ਲੜਦਾ ਰਿਹਾ, ਕਿਸੇ ਵੀ ਇਲੈਕਸ਼ਨ ਨੂੰ ਇੰਨਾ ਨॉन ਸੀਰੀਅਸਲੀ ਨਹੀਂ ਲੈਤਾ ਜਾ ਸਕਦਾ। ਇੱਕ ਬੰਦਾ ਮਾਰਕ ਹੁੰਦਾ ਹੈ, ਉੱਥੇ ਪਤਾ ਲੱਗਦਾ ਹੈ ਕੌਣ ਕਿੱਥੇ ਖੜਾ ਹੈ, ਕਿਹਦੀਆਂ ਕੀ ਵੀਕਨੈਸਿਸ ਤੇ ਸਟਰੈਂਥ ਹੈ, ਕਿਹਨੂੰ ਕਿੱਥੋਂ ਐਕਸਪਲੋਇਟ ਕੀਤਾ ਜਾ ਸਕਦਾ ਹੈ। ਸਭ ਚੀਜ਼ਾਂ ਹੁੰਦੀਆਂ, ਇਲੈਕਸ਼ਨ ਹੈ ਔਰ ਉਹਦੇ ਵਿੱਚ ਅਗਰ ਬੀਬੀ ਜਗੀਰ ਕੌਰ ਦੇ ਪਿੱਛੇ ਇੱਕ ਤਾਕਤਵਰ ਫੋਰਸਿਸ ਲੱਗੀਆਂ ਹੋਈਆਂ, ਉਹ ਦੇ ਵਿਲ ਨਾਟ ਲੀਵ ਐਨੀ ਸਟੋਨ ਅਨਟਰਨਡ ਕਿ ਬੀਬੀ ਜਗੀਰ ਕੌਰ ਨੂੰ ਜਿਤਾ ਕੇ। ਡਾਕਟਰ ਖਾਲਿਦ ਇੱਕ ਆਖਰੀ ਸਵਾਲ ਕਰ ਰਹੇ ਹਾਂ। ਡਾਕਟਰ ਖਾਲਿਦ, ਕੀ ਬੀਬੀ ਜਗੀਰ ਕੌਰ ਨੂੰ ਕਦੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਕਿਸੇ ਵੱਡੇ ਤਾਕਤ ਦੇ ਰੂਪ ਵਿੱਚ ਦੇਖਾਂਗੇ? ਦੇਖੋ ਇਦਾਂ ਹੈ ਕੇਪੀ ਜੀ, ਜਿਸ ਤਰ੍ਹਾਂ ਦੀ ਰਾਜਨੀਤੀ ਦੇਸ਼ ਦੇ ਵਿੱਚ ਚੱਲ ਰਹੀ ਹੈ, ਐਵਰੀਥਿੰਗ ਇਜ਼ ਪੋਸੀਬਲ। ਚਲੋ, ਆਈਡੀਓਲੋਜੀ ਨਾ ਕੋਈ ਚੀਜ਼ ਨਹੀਂ ਹੈ। ਇਹ ਤਾਂ ਇਹ ਹੈਗਾ ਵੀ ਮੈਨੂੰ ਕੀ ਮਿਲ ਰਿਹਾ ਹੈ, ਉਹਦੇ ਪਰ ਮੈਂ ਡਿਸਾਈਡ ਕਰੂੰਗਾ ਆਪਣਾ ਪੋਲੀਟੀਕਲ ਕੈਰੀਅਰ, ਔਰ ਉਹ ਚੱਲ ਰਿਹਾ। ਖਾਲਿਦ ਸਾਹਿਬ, ਇਦਾਂ ਤਾਂ ਹੋ ਨਹੀਂ ਸਕਦਾ ਨਾ, ਜਗੀਰ ਕੌਰ ਹਰੀ ਜੇ ਇੱਥੇ ਨਾ ਜਿੱਤ ਸਕੇ ਤਾਂ ਜਿਹੜੀਆਂ ਤਾਕਤਾਂ ਉਹਨਾਂ ਦੇ ਨਾਲ ਹੈ ਉਹ ਤਾਕਤਾਂ ਉਹਨਾਂ ਨੂੰ ਛੱਡ ਦੇਣਗੀਆਂ। ਖਾਲਿਦ ਸਾਹਿਬ ਦੇਖੋ ਅਗਰ ਤੁਸੀਂ ਆਪਣੇ ਜਿਹੜਾ ਠੀਕ ਹੈ ਉਹਦੇ ਉੱਪਰੋਂ ਹਟ ਕੇ ਅੱਗੇ ਤੁਰੇ ਹੋ ਤਾਂ ਡੈਫੀਨਿਟਲੀ ਕਿਤੇ ਨਾ ਕਿਤੇ ਕੋਈ ਕੰਪਰੋਮਾਈਜ਼ਸ ਹੁੰਦੇ ਆ, ਕਿਤੇ ਨਾ ਕਿਤੇ ਬਾਰਗੇਨਿੰਗ ਹੁੰਦੀ ਹੈ, ਗਿਵ ਐਂਡ ਟੇਕ ਹੁੰਦਾ ਹੈ। ਹਰ ਸਿਨੈਰੀਓ ਜਿਹੜਾ ਹੈਗਾ ਉਹਨੂੰ ਕੀਤਾ ਜਾਂਦਾ। ਅਗਰ ਹਾਰ ਗਏ ਤਾਂ ਕੀ ਸਿਚੁਏਸ਼ਨ ਉਹ ਚੋਂ ਕਿਸ ਤਰ੍ਹਾਂ ਬਾਹਰ ਨਿਕਲਣਾ, ਅਗਰ ਜਿੱਤ ਗਏ ਤਾਂ ਕਿਸ ਤਰੀਕੇ ਦੇ ਨਾਲ ਅੱਗੇ ਚੱਲਣਾ ਹੈ। ਇਹ ਰਾਜਨੀਤੀ ਹੈ, ਰਾਜਨੀਤੀ ਦੇ ਵਿੱਚ ਐਵਰੀਥਿੰਗ ਇਜ਼ ਪੋਸੀਬਲ। ਜਗੀਰ ਕੌਰ ਵਰਸਸ ਬਾਦਲ ਵੀ ਅਸੀਂ ਦੇਖ ਸਕਦੇ ਹਾਂ ਕਦੇ। ਅਸੀਂ ਇਹ ਕਹਿੰਦੇ ਆ ਕਿ ਪੋਲਿਟਿਕਸ ਇਜ਼ ਆਰਟ ਆਫ ਪੋਸੀਬਲ। ਜਗੀਰ ਕੌਰ ਵਰਸਸ ਬਾਦਲ ਅਸੀਂ ਕਦੇ ਦੇਖ ਸਕਦੇ ਹਾਂ ਡਾਕਟਰ ਖਾਲਿਦ? ਦੇਖੋ ਉਹ ਤਾਂ ਹੋ ਹੀ ਚੁੱਕਿਆ ਹੈ। ਚਲੋ ਠੀਕ ਹੈ। ਹਾਂ ਮਿਸਟਰ ਮਾਨ, ਫਟਾਫਟ ਲਾਸਟ ਕਮੈਂਟ ਪਲੀਜ਼। ਹਾਂਜੀ, ਇੱਕ ਤਾਂ ਨਾ ਖਾਲਿਦ ਸਾਹਿਬ ਨੇ 186 ਦਾ ਕਿਹਾ ਹੈਗਾ ਮੈਂਬਰਸ ਦਾ। ਗੱਲ ਇਹ ਹੈ, ਹਾਂਜੀ ਗੱਲ ਇਹ ਹੈ ਕਿ ਮੇਰਾ ਖਿਆਲ 191 ਇਹਨਾਂ ਨੇ ਕਿਹਾ ਸੀਗਾ, 86 ਇਹਨਾਂ ਨੇ ਕਿਹਾ ਸੀਗਾ ਜਿਹੜੇ ਉਹਦੇ ਲਈ ਚਾਹੀਦੇ ਪ੍ਰਕਿਰਿਆ ਲਈ। ਨਹੀਂ ਬਟ ਇਸ ਦਾ ਜਿੰਨੇ ਮੈਨੂੰ ਪਤਾ ਹੈ 20 ਤੋਂ 25 ਦੀ ਡੈਥ ਹੋ ਚੁੱਕੀ ਹੈ। ਸੋ ਕੰਮ ਇਹਨਾਂ ਦਾ ਹੋਰ ਮੈਂ ਤਾਂ ਤੁਹਾਡੇ ਨਾਲ ਇਹ ਕਹਿ ਰਿਹਾ ਵੀ ਇਹਨਾਂ ਦਾ ਕੰਮ ਹੋਰ ਸੌਖਾ ਹੈ ਮੈਨ ਟੂ ਮੈਨ ਮਾਰਕਿੰਗ ਦਾ, ਬੰਦੇ ਘਟ ਗਏ। ਅੱਛਾ, ਦੂਸਰੀ ਗੱਲ ਹੈ ਵੀ ਜਿਹੜਾ ਤੁਸੀਂ ਤੁਹਾਡਾ ਕੇਪੀ ਸਿੰਘ ਜੀ ਸਵਾਲ ਸੀ ਵੀ ਬੀਬੀ ਜੀ ਨੂੰ ਕਿਤੇ ਵੱਡੀ ਤਾਕਤ ਦੇਖ ਸਕਦੇ ਆ। ਸਰਦਾਰ ਸੁਖਦੇਵ ਸਿੰਘ ਢੀਂਡਸਾ, ਮਹਾਰਾਜਾ ਕੈਪਟਨ ਅਮਰਿੰਦਰ ਸਿੰਘ, ਕਿੱਡੇ ਨਾਮ ਸੀਗੇ ਇਹ।
ਜਿਹੜੇ ਬੀਜੇਪੀ ਅੰਦਰ ਲੈ ਗਈ ਤੇ ਅੱਜ ਇਹ ਵੀ ਸਭ ਕੋਈ ਚਲੋ ਮਾਨ ਸਾਹਿਬ ਇਹ ਸਵਾਲ ਦਾ ਜਵਾਬ ਦੇ ਦਿਓ ਨਾ, ਫਿਰ ਮਿਸਟਰ ਢੀਂਡਸਾ ਦਾ ਨਹੀਂ ਪਿੱਛੇ ਹੈਗੇ ਜਗੀਰ ਕੌਰ ਹਰਾਂ ਦੇ ਲਾਲਪੁਰ ਹਰਾਂ ਬਿਲਕੁਲ ਹੈਗੇ ਨੇ, ਬਿਲਕੁਲ ਹੈਗੇ ਨੇ। ਚਲੋ ਮੈਂ ਡਿਬੇਟ ਸਮਾਪਤ ਕਰਦਾ ਮੈਂ ਬੀਜੇਪੀ ਦਾ ਕੁਲਬਾ। ਚਲੋ ਮੈਂ ਡਿਬੇਟ ਸਮਾਪਤ ਕਰਦਾ। ਬਹੁਤ ਧੰਨਵਾਦ ਡਾਕਟਰ ਖਾਲਿਦ ਤੁਹਾਡਾ, ਮੈਡਮ ਸੋਲ ਤੁਹਾਡਾ ਧੰਨਵਾਦ, ਕੁਸ਼ਲਪਾਲ ਮਾਨ ਤੁਹਾਡਾ ਧੰਨਵਾਦ, ਸੰਜੇ ਕਪੂਰ ਤੁਹਾਡਾ ਧੰਨਵਾਦ। ਇਹ ਇੱਕ ਸਿਰਫ ਟ੍ਰੇਲਰ ਹੈ ਤੇ ਉਸ ਟ੍ਰੇਲਰ ਤੋਂ ਬਾਅਦ ਇੱਕ ਪੋਲੀਟੀਕਲ ਪਿਕਚਰ ਤਿਆਰ ਕੀਤੀ ਜਾ ਰਹੀ ਹੈ। ਹੁਣ ਕਿਹੜੀ ਧਿਰ ਕੀ ਕਰੇਗੀ ਤੁਸੀਂ ਇਹ ਦੇਖਦੇ ਜਾਓ, ਕਿਉਂਕਿ ਹੁਣ ਸਿਰਫ ਟ੍ਰੇਲਰ ਬਾਹਰ ਆਇਆ ਤੇ ਟ੍ਰੇਲਰ ਤੋਂ ਬਾਅਦ ਪੂਰੀ ਪਿਕਚਰ ਜਿਹੜੀ ਹੋਊਗੀ ਉਹ ਤੁਹਾਡੇ ਸਾਹਮਣੇ ਹੋਊਗੀ। ਇਸੇ ਕਰਕੇ ਕਹਿ ਰਿਹਾ ਬੀਬੀ ਸਸਪੈਂਡ ਕੀ ਹੋ ਗਿਆ, ਦੀ ਐਂਡ ਨਹੀਂ ਹੋਇਆ, ਪਰ ਇਹ ਪ੍ਰੋਗਰਾਮ ਨੂੰ ਸਮਾਪਤ ਕਰਨਾ ਪੈ ਰਿਹਾ। ਬਹੁਤ ਧੰਨਵਾਦ।